ਸੋ ਬੁਲੇਟਿਨ ਦਾ ਆਗਾਜ਼ ਕਰਦੇ ਹਾਂ। ਸਭ ਤੋਂ ਪਹਿਲਾਂ ਖਬਰ ਜ਼ੀਰਾ ਤੋਂ, ਜਿੱਥੇ ਕਿ ਕਿਸਾਨਾਂ ਤੇ ਪੁਲਿਸ ਮੁੜ ਤੋਂ ਆਮੋ ਸਾਹਮਣੇ ਹੋ ਗਏ ਨੇ। ਦੱਸਦੀ ਕਿ 1.5 ਕਿਲੋਮੀਟਰ ਦੂਰ ਨਾਕਾ ਲਗਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ। ਸੋ ਟਕਰਾਅ ਵਾਲੀ ਸਥਿਤੀ ਲਗਾਤਾਰ ਇੱਥੇ ਬਣੀ ਹੋਈ ਹੈ, ਤਣਾਅ ਵੇਖਣ ਨੂੰ ਮਿਲ ਰਿਹਾ ਹੈ। ਜ਼ੀਰਾ ਦੇ ਵਿੱਚ ਜੋ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਨੇ, ਤਕਰੀਬਨ 1.5 ਕਿਲੋਮੀਟਰ ਦੂਰ ਨਾਕਾ ਲਗਾ ਕੇ ਕਿਸਾਨਾਂ ਨੂੰ ਰੋਕਣ ਦੀ ਇੱਥੇ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਗਈ ਹੈ। ਪੁਲਿਸ ਦਾ ਨਾਕਾ ਤੋੜ ਕੇ ਕਿਸਾਨ ਅੱਗੇ ਵਧਦੇ ਹੋਏ ਨਜ਼ਰ ਆਏ ਨੇ। ਦੱਸਦੀ ਕਿ 10 ਕਿਲੋਮੀਟਰ ਦੂਰ ਮੱਖੂ ਵਿੱਚ ਐਸਕੇਐਮ ਦੀ ਬੈਠਕ ਵੀ ਜਾਰੀ ਹੈ ਤੇ ਅੱਗੇ ਦੀ ਰਣਨੀਤੀ ਘੜੀ ਜਾ ਰਹੀ ਹੈ। ਸੋ तमाम ਭਾਵੇਂ ਉਹ ਸੰਯੁਕਤ ਕਿਸਾਨ ਮੋਰਚਾ ਹੈ ਜਾਂ ਗੈਰ ਸਿਆਸੀ ਮੋਰਚਾ, ਉਹ ਇਸ ਵੇਲੇ ਇੱਕੋ ਮੰਚ ਤੇ ਹੁਣ ਇਕੱਠੇ ਹੋ ਗਏ ਨੇ ਤੇ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਲੇਕਿਨ ਇੱਥੇ ਟਕਰਾਅ ਦੀ ਸਥਿਤੀ ਬਣਦੀ ਹੋਈ ਕਿਸਾਨਾਂ ਅਤੇ ਪੁਲਿਸ ਵਿਚਾਲੇ ਇੱਕ ਵਾਰ ਫੇਰ ਤੋਂ ਨਜ਼ਰ ਆ ਰਹੀ ਹੈ। ਜ਼ੀਰਾ ਦੇ ਵਿੱਚ ਜੋ ਸ਼ਰਾਬ ਫੈਕਟਰੀ ਹੈ ਉਸ ਨੂੰ ਬੰਦ ਕਰਵਾਉਣ ਦੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਸੋ ਤਸਵੀਰਾਂ ਨੇ, ਕਿਉਂਕਿ ਇੱਥੇ ਇਹ ਬੈਰੀਕੇਡਿੰਗ ਕੀਤੀ ਗਈ ਸੀ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ, ਲੇਕਿਨ ਇੱਥੇ ਕਿਸਾਨਾਂ ਨੇ ਇਕੱਠੇ ਹੋ ਕੇ ਇਹ ਬੈਰੀਕੇਡਿੰਗ ਤੋੜ ਦਿੱਤੀ। ਜੋ ਐਕਸਕਲੂਸਿਵ ਤਸਵੀਰਾਂ ਤੁਸੀਂ ਵੇਖ ਰਹੇ ਹੋ, 1.5 ਕਿਲੋਮੀਟਰ ਦੂਰ ਨਾਕੇ ਲਗਾਏ ਗਏ ਸਨ ਕਿਸਾਨਾਂ ਨੂੰ ਰੋਕਣ ਦੇ ਲਈ, ਲੇਕਿਨ ਇੱਥੇ ਕਿਸਾਨਾਂ ਵੱਲੋਂ ਇਹਨਾਂ ਬੈਰੀਕੇਡਿੰਗ ਨੂੰ ਤੋੜ ਦਿੱਤਾ ਗਿਆ। ਅੱਗੇ ਵਧਣ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਗਈ ਹੈ। ਸੰਯੁਕਤ ਕਿਸਾਨ ਮੋਰਚੇ ਦੀ ਵੀ ਮੀਟਿੰਗ ਜਾਰੀ ਹੈ। ਸੋ ਇਸ ਵੇਲੇ ਮਾਹੌਲ ਅਤੇ ਮਾਮਲਾ ਪੂਰਾ ਭਖਦਾ ਹੋਇਆ ਨਜ਼ਰ ਆ ਰਿਹਾ, ਜਿਸ ਨਾਲ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਜ਼ੀਰਾ ਦੇ ਵਿੱਚ ਜੋ ਸ਼ਰਾਬ ਫੈਕਟਰੀ ਹੈ ਉਸ ਨੂੰ ਬੰਦ ਕੀਤਾ ਜਾਏ। ਉੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਸ ਨਾਲ ਬੀਤੇ ਦਿਨੀ ਵੀ ਧੱਕੇ ਮੁੱਕੀ ਕੀਤੀ ਗਈ ਸੀ, ਇੱਥੇ ਪਰਚੇ ਵੀ ਦਰਜ ਹੋਏ ਸਨ, ਉਸ ਨੂੰ ਲੈ ਕੇ ਵੀ ਰੋਸ ਬੇਹੱਦ ਪਾਇਆ ਜਾ ਰਿਹਾ ਹੈ। ਤੇ ਸੰਯੁਕਤ ਕਿਸਾਨ ਮੋਰਚਾ ਵੀ ਇਹਨਾਂ ਕਿਸਾਨਾਂ ਦੇ ਨਾਲ ਆਣ ਖੜਾ ਹੋਇਆ, ਸਮਰਥਨ ਦਿੰਦਾ ਨਜ਼ਰ ਆਇਆ। ਅੱਜ ਮੀਟਿੰਗ ਵੀ ਚੱਲ ਰਹੀ ਹੈ, ਲੇਕਿਨ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਜ਼ੀਰਾ, ਜਿੱਥੇ ਕਿ ਇਸ ਵੇਲੇ ਇਹ ਪੂਰੀ ਤਰ੍ਹਾਂ ਦੇ ਨਾਲ ਮਾਹੌਲ ਭਖਿਆ ਹੋਇਆ ਨਜ਼ਰ ਆ ਰਿਹਾ ਹੈ। ਸਾਡੇ ਨਾਲ ਵਿਜੇ ਮੋਂਗਾ ਇਸ ਵੇਲੇ ਜ਼ੀਰਾ ਤੋਂ ਜੁੜ ਚੁੱਕੇ ਨੇ। ਵਿਜੇ, ਜਿਸ ਤਰ੍ਹਾਂ ਦੇਖ ਪਾ ਰਹੇ ਅਸੀਂ, ਖਾਸਾ ਤਣਾਅ ਵਾਲਾ ਮਾਹੌਲ ਨਜ਼ਰ ਆ ਰਿਹਾ, ਪੂਰੀ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਇਸ ਵੇਲੇ ਕਿਸਾਨ ਸਿੱਧੂਪੁਰ ਏਕਤਾ ਯੂਨੀਅਨ ਵੱਲੋਂ ਬੈਰੀਕੇਡ ਤੋੜ ਕੇ ਉਸੇ ਹੀ ਟੀ ਪੁਆਇੰਟ ਤੋਂ ਜਿੱਥੋਂ ਪਰਸੋਂ ਕੀਤਾ ਸੀ ਉਸੋਂ ਹੀ ਬੈਰੀਕੇਡ ਤੋੜ ਕੇ ਕੋਸ਼ਿਸ਼ ਕੀਤੀ। ਪੁਲਿਸ ਨੇ ਰੋਕਿਆ ਔਰ ਪੁਲਿਸ ਦੇ ਬਲ ਨੂੰ ਨਕਾਰ ਕਰਦੇ ਉਹਨਾਂ ਨੇ ਗੱਡੀਆਂ ਸਮੇਤ ਹੀ ਉਸੇ ਤਰ੍ਹਾਂ ਹੀ ਬੈਰੀਕੇਡ ਤੋੜ ਕੇ ਅੰਦਰ। ਇਸ ਵੇਲੇ ਵੀ ਤੁਸੀਂ ਮਾਹੌਲ ਤਸਵੀਰਾਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਪੁਲਿਸ ਦੀ ਬੱਸ ਨੂੰ ਵੀ ਉਹ ਚੁੱਕ ਕੇ ਪਾਸੇ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਕਿਸਾਨਾਂ ਵੱਲੋਂ ਬੈਰੀਕੇਡ ਤੋੜ ਕੇ ਅੰਦਰ ਐਂਟਰੀ ਕੀਤੀ ਜਾ ਚੁੱਕੀ ਹੈ ਔਰ ਪੁਲਿਸ ਨਾਲ ਪੂਰੀ ਧੱਕੇਸ਼ਾਹੀ ਹੋਈ ਹੈ। ਪੂਰੀ ਪੁਲਿਸ ਵੱਲ ਨੂੰ ਖਦੋੜ ਕੇ, ਇਵਨ ਲਾਠੀਆਂ ਨਾਲ ਪੁਲਿਸ ਵਾਲਿਆਂ ਨੂੰ ਖਦੇੜ ਕੇ ਇਹ ਕਿਸਾਨ ਸਿੱਧੂਪੁਰ ਏਕਤਾ ਦੇ ਜਿਹੜੇ ਮੈਂਬਰ ਉਹ ਧਰਨਾ ਸਥਲ ਵੱਲ ਜਾਂਦੇ ਹੋਏ ਔਰ ਪੁਲਿਸ ਨਾਲ ਪੂਰੀ ਜੱਦੋ-ਜਹਿਦ, ਪੂਰੀ ਜੈਕਾਰਿਆਂ ਦੇ ਨਾਲ ਇੱਕ ਦੂਜੇ ਨੂੰ ਹੌਸਲਾ ਵਧਾ ਕੇ ਇਸ ਬੈਰੀਕੇਡ ਨੂੰ ਤੋੜ ਕੇ ਇਹ ਕਿਸਾਨ ਜਥੇਬੰਦੀ ਧਰਨਾ ਸਥਲ ਵੱਲ ਜਾ ਰਹੀ ਹੈ। ਜਦਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਇਸ ਗੱਲ ਲਈ ਰੋਕਿਆ ਗਿਆ ਸੀ ਕਿ ਇਹਨਾਂ ਦੇ ਵਾਸਤੇ ਇੱਕ ਅਲੱਗ ਤੋਂ ਰਸਤਾ ਬਣਾਇਆ ਸੀ, ਪਰ ਇਹਨਾਂ ਦਾ ਕਹਿਣਾ ਸੀ ਕਿ ਇਹ ਰਸਤਾ ਫੈਕਟਰੀ ਨੂੰ ਇਹੀ ਰਸਤਾ ਜਾਂਦਾ ਹੈ ਔਰ ਇਸੇ ਰਸਤੇ ਰਾਹੀਂ ਕਿਉਂਕਿ ਫੈਕਟਰੀ ਨੂੰ ਇਹ ਰਸਤਾ ਜਾਂਦਾ, ਅਸੀਂ ਇਸੇ ਰਸਤੇ ਰਾਹੀਂ ਜਾਵਾਂਗੇ। ਔਰ ਜ਼ਬਰਦਸਤੀ ਬੈਰੀਕੇਡ ਤੋੜਦੇ ਹੋਏ ਤੁਸੀਂ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਪੁਲਿਸ ਦੀ ਗੱਡੀਆਂ ਦਾ ਵੀ ਨੁਕਸਾਨ ਕੀਤਾ ਜਾ ਰਿਹਾ ਹੈ ਔਰ ਇਸ ਤੋਂ ਪਿੱਛੇ ਵੀ ਦੂਰ ਤੱਕ ਇਹਨਾਂ ਦੇ ਜੋ ਕਿਸਾਨ ਜਥੇਬੰਦੀ ਦੇ ਲੋਕ ਪੁਲਿਸ ਦੇ ਨਾਕੇ ਨੂੰ ਤੋੜ ਕੇ ਉਹਦੇ ਵੱਲ ਧਰਨਾ ਸਥਲ ਵੱਲ ਜਾਂਦੇ ਹੋਏ ਨਜ਼ਰ ਆ ਰਹੇ ਹਨ। ਜੀ ਬਿਲਕੁਲ। ਸੋ ਇਸ ਵੇਲੇ ਜਿਹੜਾ ਹੈ ਪੂਰੀ ਤਰ੍ਹਾਂ ਨਾਲ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ। ਹਾਲਾਂਕਿ ਕਿਸਾਨਾਂ ਵੱਲੋਂ ਜ਼ਰੂਰ ਕਿਹਾ ਗਿਆ ਸੀਗਾ ਵਿਜੇ ਕਿ ਪੂਰਾ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਰਹੇਗਾ, ਲੇਕਿਨ ਜਿਸ ਨਾਲ ਅਸੀਂ 2 ਦਿਨ ਪਹਿਲਾਂ ਵੀ ਦੇਖਿਆ ਟਕਰਾਅ ਵਾਲੀ ਸਥਿਤੀ ਬਣੀ, ਕਈਆਂ ਤੇ ਮਾਮਲੇ ਦਰਜ ਹੋਏ, ਹਿਰਾਸਤ ਲਿਆ ਗਿਆ ਔਰ ਉਸ ਤੋਂ ਬਾਅਦ ਲਗਾਤਾਰ ਇਹ ਤਨਾਤਨੀ ਵਾਲਾ ਮਾਹੌਲ ਪੁਲਿਸ ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਨਜ਼ਰ ਆ ਰਿਹਾ ਹੈ। ਜੀ ਦੱਸਣਾ ਚਾਹਾਂਗਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਅਲੱਗ ਤੋਂ 2 ਰਸਤੇ ਕਿਸਾਨਾਂ ਨੂੰ ਧਰਨਾ ਸਥਲ ਤੱਕ ਪਹੁੰਚਣ ਵਾਸਤੇ ਦਿੱਤੇ ਹੋਏ ਹਨ, ਪਰ ਇਹ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਿਸਾਨ ਅੱਜ ਜਦੋਂ ਆਏ ਨੇ ਆਪਣੇ ਵੱਡੇ ਕਾਫਲੇ ਦੇ ਰੂਪ ਵਿੱਚ ਔਰ ਇਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਰਸਤੇ ਨਹੀਂ ਜਾਣਾ ਜੋ ਮੇਨ ਰਸਤਾ ਫੈਕਟਰੀ ਨੂੰ ਜਾਂਦਾ ਹੈ, ਅਸੀਂ ਉਸੇ ਰਸਤੇ ਥਾਂ ਨਹੀਂ ਜਾਣਾ ਹੈ। ਪੁਲਿਸ ਦੇ ਰੋਕਣ ਤੋਂ ਬਾਅਦ ਇਹਨਾਂ ਨੇ ਬੈਰੀਕੇਡ ਤੋੜਦੇ ਹੋਏ ਔਰ ਤੁਸੀਂ ਦੇਖੋ ਕਿੰਨੀ ਲੰਬੀ ਕਤਾਰ ਦੇ ਵਿੱਚ ਇਹ ਕਿਸਾਨ ਉਸ ਰਸਤੇ ਤੇ ਜਾਂਦੇ ਹੋਏ ਨਜ਼ਰ ਆ ਰਹੇ ਹਨ ਔਰ ਇਹਨਾਂ ਦਾ ਕਹਿਣਾ ਸੀ ਕਿ ਅਸੀਂ ਇਸੇ ਰਸਤੇ ਦਾ ਜਾਵਾਂਗੇ ਔਰ ਇਸ ਰਸਤੇ ਨੂੰ ਤੋੜਨ ਵਾਸਤੇ ਇਹਨਾਂ ਦਾ ਇੱਕ ਵੱਡੇ ਬਲ ਦੇ ਨਾਲ ਇਹਨਾਂ ਨੇ ਬੈਰੀਕੇਡ ਤੋੜ ਦਿੱਤੇ। ਪੁਲਿਸ ਦੀਆਂ ਗੱਡੀਆਂ ਦੇ ਉੱਪਰੋਂ ਦੀ ਗੱਡੀਆਂ ਨੂੰ ਖਦੇੜਦੇ ਹੋਏ, ਪੁਲਿਸ ਦੇ ਬਲ ਨੂੰ ਖਦੇੜਦੇ ਹੋਏ, ਪੁਲਿਸ ਦੀਆਂ ਲਾਠੀਆਂ ਨੂੰ ਰੋਕਦੇ ਹੋਏ, ਆਪਦੀਆਂ ਲਾਠੀਆਂ ਚਲਾਉਂਦੇ ਹੋਏ ਇਹ ਧਰਨਾ ਸਥਲ ਵੱਲ ਨਿਕਲ ਕੇ ਜਾ ਚੁੱਕੇ ਹਨ। ਜੀ
ਸੋ ਕਿਆ ਹਾਲੇ ਵੀ ਜਿਹੜੇ ਹੋਰ ਵੀ ਕਿਸਾਨ ਇੱਥੇ ਪਹੁੰਚ ਰਹੇ ਨੇ, ਕਿਉਂਕਿ ਇਹ ਕਿਹਾ ਗਿਆ ਸੀ ਕਿ ਵੱਡੀ ਗਿਣਤੀ 'ਚ ਕਿਸਾਨ ਪਹੁੰਚਣਗੇ ਔਰ ਤਸਵੀਰਾਂ ਅਸੀਂ ਵੇਖ ਪਾ ਰਹੇ ਕਿ ਪੁਲਿਸ ਤੇ ਹਮਲਾ ਕੀਤਾ ਜਾ ਰਿਹਾ ਹੈ। ਇਹ ਆਪਣੇ ਆਪ 'ਚ ਅਫਸੋਸਜਨਕ ਹੈ ਕਿ ਇਸ ਤਰ੍ਹਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਜਿਹੜੀ ਹੈ ਹੁਣ ਲਾਠੀ ਚਾਰਜ ਇੱਕ ਦੂਜੇ ਤੇ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਪੁਲਿਸ ਵੱਲੋਂ ਧੱਕੇਸ਼ਾਹੀ ਕੀਤੀ ਗਈ ਸੀ, ਹੁਣ ਕਿਸਾਨ ਉਹੀ ਕੁਝ ਕਰ ਰਹੇ ਨੇ। ਦੂਸਰੇ ਪਾਸੇ ਸੰਯੁਕਤ ਮੋਰਚਾ ਕਿਸਾਨ ਦੀ ਜਿਹੜੀ ਇੱਕ ਮੀਟਿੰਗ ਹੈ ਉਹ ਮਖੂ ਵਿੱਚ ਚੱਲ ਰਹੀ ਹੈ। ਇਹਨਾਂ ਦੇ ਜੋ ਮੇਨ ਆਗੂ ਲੀਡਰ ਉੱਥੇ ਮੀਟਿੰਗ ਕਰ ਰਹੇ ਹਨ, ਪਰ ਇਹ ਕੁਝ ਜੋ ਧਰਨੇ ਨੂੰ ਸਮਰਥਨ ਦੇਣ ਵਾਸਤੇ ਆਏ ਕਿਸਾਨ, ਸਿੱਧੂਪੁਰ ਏਕਤਾ ਯੂਨੀਅਨ ਦੇ ਕਿਸਾਨ ਜੋ ਧਰਨੇ ਨੂੰ ਸਮਰਥਨ ਦੇਣ ਆਏ ਸਨ, ਇਹਨਾਂ ਨੇ ਇੱਕ ਆਪਣਾ ਅਲੱਗ ਰੂਪ ਅਪਣਾਉਂਦੇ ਹੋਏ ਕਿ ਅਸੀਂ ਮੇਨ ਰਸਤੇ ਰਾਹੀਂ ਜਾਣਾ ਹੈ, ਇਹ ਜੋ ਤੋੜ ਭੰਨ ਕੀਤੀ ਔਰ ਹੁਣ ਇਸ ਵੇਲੇ ਇਹ ਪੁਲਿਸ ਬਲ ਨੂੰ ਖਦੇੜ ਕੇ ਧਰਨਾ ਸਥਲ ਵੱਲ ਚੱਲ ਪਏ ਹਨ। ਸੋ ਹੁਣ ਧਰਨੇ ਵਾਲੀ ਥਾਂ ਤੇ ਜਾਇਆ ਜਾ ਰਿਹਾ ਹੈ, ਲੇਕਿਨ ਇੱਥੇ ਜੋ ਤਣਾਅ ਬਣਿਆ ਹੋਇਆ ਹੈ, ਕਿਆ ਹੋਰ ਵੀ ਕਿਸਾਨ ਪਿੱਛੋਂ ਪਹੁੰਚ ਰਹੇ ਨੇ? ਕੁਝ ਜਾਣਕਾਰੀ ਇਸ ਬਾਰੇ ਵਿੱਚ? ਜਿੰਨਾ ਇਹ ਗਰੁੱਪ ਸਿੱਧੂਪੁਰ ਦਾ ਆਇਆ ਸੀ ਉਹ ਤਕਰੀਬਨ ਉਸ ਬੈਰੀਕੇਡ ਨੂੰ ਤੋੜ ਕੇ ਨਿਕਲ ਚੁੱਕਾ ਹੈ। ਪਿੱਛੇ ਹੋਰ ਹੁਣ ਕਿਹੜੀਆਂ ਜਥੇਬੰਦੀਆਂ ਆਉਣੀਆਂ ਇਹ ਤਾਂ ਹੁਣ ਆਉਣ ਵਾਲੇ ਸਮੇਂ ਤੋਂ ਬਾਅਦ ਪਤਾ ਲੱਗੇਗਾ ਕਿ ਹੋਰ ਕਿਹੜੀਆਂ ਜਥੇਬੰਦੀਆਂ ਪਿੱਛੇ ਆ ਰਹੀਆਂ ਹਨ। ਇਹ ਸਿੱਧੂਪੁਰ ਜਥੇਬੰਦੀ ਆਪਣੀ ਅੜੀ ਦੇ ਉੱਪਰ ਬੈਰੀਕੇਡ ਤੋੜ ਕੇ ਕੰਪਲੀਟ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਔਰ ਪੁਲਿਸ ਬਲ ਉਹਨਾਂ ਦੇ ਮਗਰ ਫਿਰ ਉਸੇ ਤਰ੍ਹਾਂ ਚੱਲ ਪਿਆ ਹੈ ਕਿ ਧਰਨੇ ਸਥਾਨ ਤੱਕ ਜੋ 1.5 ਕਿਲੋਮੀਟਰ ਦਾ ਰਸਤਾ ਇਹਦੇ ਦਰਮਿਆਨ ਵੀ ਕੋਈ ਸ਼ਰਾਰਤ ਨਾ ਹੋਵੇ। ਜੀ ਬਿਲਕੁਲ, ਲੇਕਿਨ ਹੁਣ ਜਿਸ ਤਰ੍ਹਾਂ ਦੇ ਨਾਲ ਕਿਉਂਕਿ ਪੁਲਿਸ ਤੇ ਲਾਠੀ ਚਲਾਈਆਂ ਗਈਆਂ ਨੇ, ਕਿਆ ਕੋਈ ਜ਼ਖਮੀ ਵੀ ਹੋਏ ਨੇ ਪੁਲਿਸ ਵਾਲੇ ਵਿਜੇ? ਨਹੀਂ, ਜ਼ਖਮੀ ਦੀ ਹਜੇ ਤੱਕ ਕੋਈ ਨਹੀਂ ਹੈ ਕਿਉਂਕਿ ਲਾਠੀ ਚਾਰਜ ਸਿਰਫ ਰੋਕਣ ਵਾਸਤੇ ਸੀ ਕਿ ਨਾ ਕਿ ਲਾਠੀ ਚਲਾਈਆਂ ਗਈਆਂ ਸੀ, ਲੇਕਿਨ ਬਦਲਵੇ ਵਿੱਚ ਕਿਸਾਨਾਂ ਵੱਲੋਂ ਵੀ ਲਾਠੀਆਂ ਦੇ ਨਾਲ ਆਪਦੇ ਇਹਨਾਂ ਦੇ ਲਾਠੀਆਂ ਨੂੰ ਰੋਕਿਆ ਗਿਆ ਜਾਂ ਇਹਨਾਂ ਦੇ ਜੋ ਬੈਰੀਕੇਡਸ ਨੂੰ ਜਾਂ ਇਹਨਾਂ ਦੇ ਅੱਗੋਂ ਰੁਕਾਵਟ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਲੇਕਿਨ ਇਸ ਵੇਲੇ ਕਿਸਾਨ ਸਫਲ ਹੋ ਕੇ ਆਪਣਾ ਬੈਰੀਕੇਡ ਤੋੜ ਕੇ ਗਾਂ ਜਾਂਦੇ ਹੋਏ ਪੁਲਿਸ ਵੱਲ ਮਗਰ ਉਹਨਾਂ ਦੇ ਜਾ ਰਿਹਾ ਹੈ, ਜੋ ਇਸ ਵੇਲੇ ਤਸਵੀਰਾਂ 'ਚ ਨਜ਼ਰ ਆ ਰਿਹਾ ਹੈ। ਬਿਲਕੁਲ, ਔਰ ਜਿਸ ਤਰ੍ਹਾਂ ਦੇ ਨਾਲ ਇੱਥੇ ਹਾਲਾਤ ਬਣੇ ਨੇ, ਇੱਕ ਵਾਰ ਫਿਰ ਟਕਰਾਅ ਦੀ ਸਥਿਤੀ ਜ਼ਰੂਰ ਦੇਖਣ ਨੂੰ ਮਿਲੀ ਔਰ ਇਸ ਵਾਰ ਕਿਸਾਨਾਂ ਵੱਲੋਂ ਜੋ ਅੱਗੇ ਇਸ ਧਰਨੇ ਵਿੱਚ ਪਹੁੰਚਣ ਲਈ ਇੱਥੇ ਪਹੁੰਚ ਰਹੇ ਸਨ, ਬੈਰੀਕੇਡਿੰਗ ਕਿਉਂਕਿ ਕੀਤੀ ਗਈ ਸੀ, 2 ਹੋਰ ਰਾਹ ਦਿੱਤੇ ਗਏ ਸਨ, ਲੇਕਿਨ ਉੱਥੋਂ ਦੀ ਨਾ ਜਾਣ ਦੀ ਬਜਾਏ ਜਿੱਥੇ ਬੈਰੀਕੇਡਿੰਗ ਕੀਤੀ ਗਈ ਸੀ ਉਧਰੋਂ ਲੰਘਣਾ ਚਾਹੁੰਦੇ ਸਨ। ਆਪਣੇ ਦਰਸ਼ਕਾਂ ਨੂੰ ਜੋ ਤਸਵੀਰਾਂ ਵਿਖਾ ਰਿਹਾ ਔਰ ਇਹ ਇਸ ਵੇਲੇ ਤਸਵੀਰ ਜਿਹੜੀ ਬਣੀ ਹੈ ਕਿ ਕਈ ਪੁਲਿਸ ਵਾਲਿਆਂ ਤੇ ਵਾਪਸ ਕਿਸਾਨਾਂ ਨੇ ਲਾਠੀਆਂ ਚਲਾਈਆਂ ਨੇ। ਸੋ ਇਹ ਟਕਰਾਅ ਦੀ ਸਥਿਤੀ ਇੱਥੇ ਬਣਦੀ ਹੋਈ ਨਜ਼ਰ ਆਈ ਹੈ। ਹਾਲਾਂਕਿ ਕਿਸਾਨਾਂ ਵੱਲੋਂ ਕਿਸਾਨ ਆਗੂਆਂ ਨੂੰ ਕਿਹਾ ਗਿਆ ਸੀ ਕਿ ਅਸੀਂ ਸ਼ਾਂਤਮਈ ਢੰਗ ਨਾਲ ਧਰਨਾ ਦੇਵਾਂਗੇ, ਲੇਕਿਨ ਵਿਜੇ ਜੇ ਅਸੀਂ ਦੇਖੀਏ ਕਿ ਪਿਛਲੇ 4 ਮਹੀਨੇ ਤੋਂ ਧਰਨਾ ਲਗਾਤਾਰ ਜਾਰੀ ਸੀ, ਸ਼ਾਂਤਮਈ ਢੰਗ ਦੇ ਨਾਲ ਹੀ ਇੱਥੇ ਪ੍ਰਦਰਸ਼ਨ ਹੋ ਰਿਹਾ ਸੀ। ਹਾਲਾਂਕਿ ਇਸ ਵਿਚਕਾਰ ਸਰਕਾਰ ਨਾਲ ਵੀ ਗੱਲਬਾਤ ਹੋਈ, ਉਸ ਤੋਂ ਬਾਅਦ ਵੀ ਇਹੀ ਕਿਹਾ ਗਿਆ ਕਿ ਧਰਨਾ ਜਾਰੀ ਰਹੇਗਾ ਲੇਕਿਨ ਸ਼ਾਂਤਮਈ ਢੰਗ ਨਾਲ, ਲੇਕਿਨ ਉਸ ਤੋਂ ਬਾਅਦ ਲਗਾਤਾਰ ਹਾਲਾਤ ਜਿਹੜੇ ਨੇ ਉਹ ਤਣਾਅਪੂਰਨ ਹੁੰਦੇ ਨਜ਼ਰ ਆਏ ਨੇ ਪਿਛਲੇ 2-3 ਦਿਨਾਂ ਵਿੱਚ। ਪਿਛਲੇ 4.5 ਮਹੀਨੇ ਤੋਂ 4 ਮਹੀਨੇ ਤੋਂ ਬਾਅਦ ਸਮੇਂ ਤੋਂ ਜੋ ਧਰਨਾ ਚੱਲ ਰਿਹਾ ਸੀ ਧਰਨਾ ਸਥਲ ਤੇ, ਉਹ ਸਾਂਝਾ ਕਿਸਾਨ ਮੋਰਚਾ ਜੋ ਜੀਰਾ ਦਾ ਲੋਕਲ ਕਿਸਾਨਾਂ ਵੱਲ ਜੋ ਆਲੇ ਦੁਆਲੇ ਦੇ ਪਿੰਡਾਂ ਦੇ ਉਹਨਾਂ ਵੱਲੋਂ ਸ਼ਾਂਤਮਈ ਹੀ ਢੰਗ ਨਾਲ ਧਰਨਾ ਕੀਤਾ ਜਾ ਰਿਹਾ ਸੀ। ਜਦੋਂ ਦਾ ਪਰਸੋਂ ਤੋਂ ਸੰਯੁਕਤ ਮੋਰਚਾ ਦੇ ਵੱਲੋਂ ਸਮਰਥਨ ਦੇਣ ਦੀ ਗੱਲ ਕੀਤੀ ਗਈ ਜਾਂ ਇਸ ਵੇਲੇ ਜੋ ਕਹਿ ਲਈਏ ਕਿ ਸੰਯੁਕਤ ਮੋਰਚਾ ਦੀ ਮੀਟਿੰਗ ਚੱਲ ਰਹੀ ਹੈ ਪ੍ਰੋਪਰ ਸਮਰਥਨ ਦੇਣ ਦੀ, ਉਸ ਤੋਂ ਬਾਅਦ ਜਦੋਂ ਇਹ ਬਾਹਰੋਂ ਕਿਸਾਨਾਂ ਦਾ ਸਮਰਥਨ ਆਉਣਾ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਹੀ ਇਹ ਜੋ ਅੱਜ ਦੇ ਰੂਪ ਨੇ, ਜੋ ਝਗੜੇ ਦੇ ਰੂਪ ਨੇ, ਉਹ ਸਾਹਮਣੇ ਨਜ਼ਰ ਆ ਰਹੇ ਹਨ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਇਹ ਗੱਡੀ ਨੂੰ ਵੀ ਪੁਲਿਸ ਨੇ ਤੋੜਿਆ ਹੈ, ਜਿਹੜੀ ਗੱਡੀ ਉਹਨਾਂ ਦੀ ਬੈਰੀਕੇਡ ਨੂੰ ਤੋੜ ਕੇ ਅੱਗੇ ਲੰਘੀ ਸੀ। ਇਸ ਗੱਡੀ ਨੂੰ ਤੋੜ ਕੇ ਇਸ ਗੱਡੀ ਨੇ ਧੱਕਣ ਦੀ ਕੋਸ਼ਿਸ਼ ਦੇ ਨਾਲ ਅਗਾਂਹ ਗਈ ਸੀ ਔਰ ਉਸ ਧੱਕੀ ਵਿੱਚ ਪੁਲਿਸ ਵੱਲੋਂ ਵੀ ਇਸ ਗੱਡੀ ਦੇ ਸ਼ੀਸ਼ੇ ਵਗੈਰਾ ਜੋ ਤੋੜੇ ਗਏ ਹਨ ਔਰ ਇਸ ਵੇਲੇ ਇੱਕ ਵਾਰ ਬੈਰੀਕੇਡਸ ਤੇ ਟੀ ਪੁਆਇੰਟ ਤੇ ਮਾਹੌਲ ਸ਼ਾਂਤ ਹੋ ਗਿਆ ਕਿਉਂਕਿ ਕਿਸਾਨ ਅੱਗੇ ਲੰਘ ਚੁੱਕੇ ਹਨ। ਹੋਰ ਹਜੇ ਜਿੱਥੋਂ ਕੋਈ ਲੱਗ ਤੋਂ ਹੋਰ ਜਥੇ ਆਉਣਗੇ ਤਾਂ ਫਿਰ ਇਸ ਤਰ੍ਹਾਂ ਦੀ ਸਥਿਤੀ ਵੀ ਬਣ ਸਕਦੀ ਹੈ। ਬਿਲਕੁਲ, ਸਾਡੇ ਨਾਲ ਸਾਡੇ ਸਹਿਯੋਗੀ ਰਮਨ ਵੀ ਇਸ ਵੇਲੇ ਜੁੜ ਚੁੱਕੇ ਨੇ। ਰਮਨ, ਪਿਛਲੇ 4 ਮਹੀਨੇ ਤੋਂ ਉੱਪਰ ਦਾ ਧਰਨਾ ਅਸੀਂ ਦੇਖ ਰਹੇ ਸੀ ਕਿ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਸੀ ਔਰ ਅੱਗੇ ਵੀ ਕਿਸਾਨਾਂ ਦਾ ਇਹ ਕਹਿਣਾ ਸੀ ਕਿ ਫੈਕਟਰੀ ਜਦ ਤੱਕ ਬੰਦ ਨਹੀਂ ਹੁੰਦੀ ਧਰਨਾ ਜਾਰੀ ਰਹੇਗਾ ਲੇਕਿਨ ਸ਼ਾਂਤਪੂਰਨ ਢੰਗ ਨਾਲ। ਲੇਕਿਨ ਹੁਣ ਪਿਛਲੇ 2-3 ਦਿਨਾਂ ਤੋਂ ਲਗਾਤਾਰ ਤਣਾਅ ਮਾਹੌਲ ਜਿਹੜਾ ਹੈ ਉਹ ਬਣਦਾ ਨਜ਼ਰ ਆ ਰਿਹਾ ਔਰ ਅੱਜ ਤਾਂ ਹਾਲਾਤ ਹੋਰ ਵੀ ਤਣਾਅ ਵਾਲੇ ਨਜ਼ਰ ਆਏ ਨੇ। ਬਿਲਕੁਲ ज़्यादा और ਤਣਾਅ ਹੁਣ ਲਗਾਤਾਰ ਵੱਧ ਰਿਹਾ ਹੈ। ਇਸੇ ਤਣਾਅ ਦੇ ਵਿਚਕਾਰ ਐਸਕੇਐਮ ਦੀ ਮੀਟਿੰਗ ਹੋ ਰਹੀ ਹੈ ਔਰ ਐਸਕੇਐਮ ਦੀ ਮੀਟਿੰਗ ਦੇ ਵਿੱਚ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਪਹੁੰਚੇ ਨੇ ਔਰ ਆਈਜੀ ਰੇਂਜ ਫਿਰੋਜ਼ਪੁਰ ਪਹੁੰਚ ਚੁੱਕੇ ਨੇ। ਤਾਂ
ਤਣਾਅ ਕਿਸ ਤਰੀਕੇ ਨਾਲ ਘਟਾਇਆ ਜਾਵੇ। ਜੋ ਤਕਰਾਰ ਚੱਲ ਰਹੀ ਹੈ, ਤਕਰਾਰ ਹੋ ਰਹੀ ਹੈ, ਉਸ ਤਕਰਾਰ ਦੇ ਵਿੱਚ ਹਿੰਸਾ ਰੂਪ ਨਾ ਹੋ ਸਕੇ, ਹਿੰਸਕ ਰੂਪ ਨਾ ਉਹ ਧਾਰ ਜਾਵੇ। ਇਸ ਨੂੰ ਲੈ ਕੇ ਜਿਹੜਾ ਹੈਗਾ ਹੁਣ ਬਕਾਇਦਾ ਤੌਰ ਤੇ ਸਾਰਿਆਂ ਦੀ ਨਜ਼ਰਾਂ ਕਿਸਾਨਾਂ ਦੇ ਹੋਣ ਵਾਲੇ ਇਕੱਠ ਤੇ ਲੱਗੇ ਹੋਏ। ਐਸਕੇਐਮ ਵੱਲੋਂ ਵੀ ਇੱਕ ਸੁਨੇਹਾ ਪਹੁੰਚਾਇਆ ਜਾ ਰਿਹਾ ਕਿਸਾਨਾਂ ਨੂੰ ਕਿ ਜਦੋਂ ਤੱਕ ਐਸਕੇਐਮ ਦੀ ਮੀਟਿੰਗ ਕੰਪਲੀਟ ਨਹੀਂ ਹੁੰਦੀ, ਖਤਮ ਨਹੀਂ, ਉਹਨਾਂ ਸਮਾਂ ਕਿਸਾਨ ਆਪਣੇ ਪਹਿਲਾਂ ਜਿਵੇਂ ਦਿੱਲੀ ਧੀਰਜ ਦੇ ਨਾਲ ਬੈਠੇ ਤੇ ਉਸੇ ਤਰੀਕੇ ਦੇ ਨਾਲ ਅਮਨ ਸ਼ਾਂਤੀ ਬਣਾ ਕੇ ਬੈਠੇ ਰੱਖਣ। ਅੱਜ ਜਿਹੜਾ ਹੈਗਾ ਮਾਹੌਲ ਹੋਰ ਸੈਂਸਿਟਿਵ ਹੁੰਦਾ ਜਾ ਰਿਹਾ ਕਿਉਂਕਿ ਅੱਜ ਵੱਡਾ ਇਕੱਠ ਹੈ। ਐਸਕੇਐਮ ਨੇ ਇੱਕ ਕਾਲ ਦਿੱਤੀ ਸੀ। ਇਸ ਤੋਂ ਬਾਅਦ ਐਸਕੇਐਮ ਦੇ ਦੋਵੇਂ ਹਿੱਸੇ ਗੈਰ ਸਿਆਸੀ ਹੋਵੇ ਚਾਹੇ ਐਸਕੇਐਮ ਪੁਰਾਣੇ ਵਾਲਾ ਐਸਕੇਐਮ ਹੋਵੇ, ਤਮਾਮ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ, ਤਮਾਮ ਜਥੇਬੰਦੀਆਂ ਆਪਣਾ ਆਪਣਾ ਕੱਟ ਲੈ ਕੇ ਉੱਥੇ ਪਹੁੰਚੀਆਂ ਹੋਈਆਂ ਨੇ। ਤਾਂ ਇੱਕ ਵਾਰ ਮਾਹੌਲ ਜ਼ਰੂਰ ਤਣਾਅਪੂਰਕ ਹੋਇਆ। ਪੁਲਿਸ ਲਗਾਤਾਰ ਮਾਹੌਲ ਨੂੰ ਕੰਟਰੋਲ ਕਰਨ ਦੇ ਵਿੱਚ ਲੱਗੀ ਹੋਈ ਆ, ਪਰ ਐਸਕੇਐਮ ਦੀ ਮੀਟਿੰਗ ਦੇ ਵਿੱਚ ਕੀ ਵਿਚਾਰਿਆ ਜਾਵੇਗਾ, ਐਸਕੇਐਮ ਦੀ ਮੀਟਿੰਗ ਵਿੱਚ ਕੀ ਫੈਸਲਾ ਹੋਵੇਗਾ, ਡਿਪਟੀ ਕਮਿਸ਼ਨਰ ਪਹੁੰਚੇ ਨੇ, ਕਿਸ ਨਤੀਜਾ ਕੀ ਨਿਕਲ ਗਿਆ, ਇਸ ਨੂੰ ਲੈ ਕੇ ਜਿਹੜਾ ਹੈਗਾ ਹੁਣ ਸਭ ਦੀਆਂ ਨਜ਼ਰਾਂ ਮੀਟਿੰਗ ਤੇ। ਦੂਸਰੇ ਪਾਸੇ ਤਣਾਅ ਜਿਹੜਾ ਹੈਗਾ ਉਹ ਲਗਾਤਾਰ ਵਾਧਾ ਹੋਇਆ ਦਿਖਾਈ ਦੇ ਰਿਹਾ ਹੈ। ਬਿਲਕੁਲ, ਇੱਥੇ ਵੱਡੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਤਾਂ ਬਣੀ ਹੀ ਹੋਈ ਹੈ, ਲੇਕਿਨ ਇੱਥੇ ਕਿਸਾਨਾਂ ਦੀ ਵੀ, ਕਿਸਾਨ ਆਗੂਆਂ ਦੀ ਵੀ ਬਣਦੀ ਹੈ ਕਿ ਮਾਹੌਲ ਨੂੰ ਜਿਹੜਾ ਹੈ ਇਸ ਤਰ੍ਹਾਂ ਦੇ ਨਾਲ ਖਰਾਬ ਨਾ ਕੀਤਾ ਜਾਏ ਔਰ ਕੋਈ ਵੀ ਕਾਨੂੰਨ ਆਪਣੇ ਹੱਥ ਨਾ ਲਏ, ਕਿਉਂਕਿ ਅਸੀਂ ਦੇਖਿਆ ਕਿ ਇੱਥੇ ਪੁਲਿਸ ਵਾਲਿਆਂ ਤੇ ਵਾਪਸ ਲਾਠੀਆਂ ਚਲਾਈਆਂ ਗਈਆਂ ਨੇ। ਬਿਲਕੁਲ ਹੈ, ਕਿਉਂਕਿ ਕੱਲ ਤੱਕ ਜਿਹੜਾ ਹੈਗਾ ਮਾਹੌਲ ਬੜਾ ਸ਼ਾਂਤੀਪੂਰਵਕ ਚੱਲ ਰਿਹਾ ਸੀ। ਹਲਕੀ ਤਕਰਾਰ ਤਾਂ ਲਗਾਤਾਰ ਹੁੰਦੀ ਰਹੀ ਹੈ ਪਰ ਜ਼ਿਆਦਾ ਤਕਰਾਰ ਨਹੀਂ ਹੋਈ ਸੀ, ਪਰ ਅੱਜ ਤਕਰਾਰ ਵਧੀ ਹੈ। ਤਕਰਾਰ ਹਿੰਸਕ ਰੂਪ ਨਾਲ ਲੈ ਲਵੇ, ਇਸ ਨੂੰ ਲੈ ਕੇ ਪੁਲਿਸ ਵੀ ਆਪਣੇ ਬਕਾਇਦਾ ਤੌਰ ਤੇ ਪੁਲਿਸ ਵੀ ਨਹੀਂ ਕਿ ਅੱਗੋਂ ਜਿਹੜਾ ਹੈਗਾ ਜ਼ਿਆਦਾ ਹਮਲਾਵਰ ਰੂਪ ਕਰ ਰਹੀ, ਇਸ ਕਰਕੇ ਟਿਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਸਰੇ ਪਾਸੇ ਕਿਸਾਨ ਆਗੂ ਵੀ ਜਿਹੜਾ ਹੈਗਾ ਲਗਾਤਾਰ ਅੱਗੇ ਆ ਕੇ ਕਹਿ ਰਹੇ ਨੇ ਕਿ ਕਿਸੇ ਨਾਲ ਲੜਨਾ ਝਗੜਨਾ, ਜੋ ਰਸਤਾ ਦਿੱਤੇ ਗਏ ਉਸੇ ਰਸਤੇ ਦੀ ਆਵਾ ਜਾਵਾਂਗੇ। ਤਾਂ ਪਰ ਹੁਣ ਕਿ ਕੋਈ ਸ਼ਰਾਰਤੀ ਲੋਕ ਨੇ, ਕੌਣ ਲੋਕ ਮਾਹੌਲ ਵਿਗਾੜਨ ਦੀ ਤਾਕ ਦੇ ਵਿੱਚ ਨੇ, ਪੁਲਿਸ ਵੀ ਇਸ ਤੇ ਨਜ਼ਰ ਰੱਖ ਰਹੀ ਹੈ, ਕਿਸਾਨ ਵੀ ਇਸ ਤੇ ਨਜ਼ਰ ਰੱਖ ਰਹੇ ਨੇ। ਪਰ ਫੈਕਟਰੀ ਦੇ ਸਾਹਮਣੇ ਹੁਣ ਜੋ ਮਾਹੌਲ ਬਣਿਆ ਹੋਇਆ ਉਹ ਕਾਫੀ ਤਣਾਅ ਵਾਲਾ ਮਾਹੌਲ ਹੈਗਾ। ਕਿਸਾਨਾਂ ਦੀ ਗਿਣਤੀ ਕੱਲ ਦੇ ਮੁਕਾਬਲੇ ਦੁੱਗਣੀ ਹੋ ਚੁੱਕੀ ਹੈ। ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਕਿ ਪੁਲਿਸ ਹੁਣ ਇਸ ਧਰਨੇ ਨੂੰ ਚੁਕਾਵੇ ਕਿਵੇਂ, ਇਸ ਧਰਨੇ ਨੂੰ 300 ਮੀਟਰ ਦੂਰ ਕਿਵੇਂ ਲੈ ਕੇ ਜਾਵੇ, ਕਿਵੇਂ ਇਸ ਧਰਨੇ ਦਾ ਕੋਈ ਨਾ ਕੋਈ ਨਤੀਜਾ ਕੱਢ ਕੇ ਦੇਵੇ, ਕਿਉਂਕਿ ਲੋਕਲ ਪ੍ਰਸ਼ਾਸਨ ਤੇ ਵੀ ਪ੍ਰੈਸ਼ਰ ਬਣਿਆ ਹੋਇਆ। ਸਰਕਾਰ ਦਾ ਕੋਰਟ ਦੀਆਂ ਡਾਇਰੈਕਸ਼ਨਾਂ ਵੀ ਮੰਨੀਆਂ ਜਾਣਗੀਆਂ। ਦੂਸਰੇ ਪਾਸੇ ਕਿਸਾਨਾਂ ਦੇ ਨਾਲ ਵੀ ਜਿਹੜੀ ਹੈਗੀ ਨੇ ਪ੍ਰਸ਼ਾਸਨ ਉਲਝਣਾ ਨਹੀਂ ਚਾਹੁੰਦਾ ਤੇ ਇਸ ਵਿਚਕਾਰ ਜਿਹੜਾ ਹੈਗਾ ਤਣਾਅ ਜਿਹੜਾ ਹੈਗਾ ਤਣਾਅ ਵਾਲਾ ਮਾਹੌਲ ਹੈਗਾ ਉਹ ਜੀਰਾ ਫੈਕਟਰੀ ਦੇ ਸਾਹਮਣੇ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ। ਬਿਲਕੁਲ, ਇੱਥੇ ਤਣਾਅ ਵਾਲਾ ਮਾਹੌਲ, ਲੇਕਿਨ ਦੂਜੇ ਪਾਸੇ ਐਸਕੇਐਮ ਦੀ ਮੀਟਿੰਗ ਜਿਹੜੀ ਹੈ ਅੱਜ ਸੱਦੀ ਗਈ ਸੀ, ਉਸ ਬਾਰੇ ਕੀ ਕੁਝ ਜਾਣਕਾਰੀ ਹੈ? ਹਾਲੇ ਵੀ ਜਾਰੀ ਹੈ ਮੀਟਿੰਗ? ਬਿਲਕੁਲ ਮੀਟਿੰਗ ਹਾਲੇ ਜਾਰੀ ਹੈ ਕਿਉਂਕਿ ਵੱਡੇ ਅਧਿਕਾਰੀ ਪਹੁੰਚੇ ਨੇ, ਡਿਪਟੀ ਕਮਿਸ਼ਨਰ ਫਿਰੋਜ਼ਪੁਰ ਪਹੁੰਚੇ ਨੇ, ਆਈਜੀ ਰੇਂਜ ਜਿਹੜੇ ਉਹ ਪਹੁੰਚੇ ਨੇ। ਤਾਂ ਉਹਨਾਂ ਨਾਲ ਵੀ ਇਸ ਤੋਂ ਬਾਅਦ ਮੀਟਿੰਗ ਹੋਊਗੀ, ਲੋਕਲ ਕਮੇਟੀ ਦੇ ਨਾਲ ਮੀਟਿੰਗ ਹੋਊਗੀ। ਇਹ ਨਹੀਂ ਕਿ ਐਸਕੇਐਮ ਆਪਣਾ ਕੋਈ ਫੈਸਲਾ ਲੈ ਲਵੇਗਾ, ਲੋਕਲ ਕਮੇਟੀ ਨੂੰ ਭਰੋਸੇ 'ਚ ਲੈਣਾ ਵੀ ਉਹਨਾਂ ਦੇ ਲਈ ਬੜਾ ਲਾਜ਼ਮੀ ਹੋਊਗਾ ਕਿ ਲੋਕਲ ਕਮੇਟੀ ਹੁਣ ਤੱਕ ਦੇ ਜਿਹੜੀ 24 ਜੁਲਾਈ ਤੋਂ ਬੈਠੀ ਆ, ਉਹਨਾਂ ਦੇ ਸਾਹਮਣੇ ਕਿਹੜੀਆਂ ਸਮੱਸਿਆਵਾਂ ਹੈਗੀਆਂ, ਕਦੋਂ ਕਿਹੜੇ ਅਫਸਰ ਦੇ ਨਾਲ ਮੀਟਿੰਗ ਹੋਈ ਆ ਔਰ ਉਹਨਾਂ ਨੂੰ ਕੀ ਭਰੋਸਾ ਦਿੱਤਾ ਗਿਆ ਸੀ, ਕਿਉਂਕਿ ਲੋਕਲ ਕਮੇਟੀ ਹੁਣ ਤੱਕ ਇਹ ਪੂਰੇ ਮੋਰਚੇ ਨੂੰ ਚਲਾ ਰਹੀ ਸੀ। ਜੇਕਰ ਐਸਕੇਐਮ ਖੁਦ ਇਸ ਮੋਰਚੇ ਨੂੰ ਆਪਦੇ ਹੱਥ ਵਿੱਚ ਲੈਂਦਾ ਤਾਂ ਲੋਕਲ ਕਮੇਟੀ ਨੂੰ ਭਰੋਸੇ 'ਚ ਲੈਣਾ ਬੜਾ ਲਾਜ਼ਮੀ ਹੋਵੇਗਾ ਔਰ ਪ੍ਰਸ਼ਾਸਨ ਨੂੰ ਵੀ ਬੜਾ ਭਰੋਸੇ 'ਚ ਲੈਣਾ ਹੋਵੇਗਾ। ਜੇਕਰ ਅੱਜ ਭਲਕ ਮੀਟਿੰਗ ਸਰਕਾਰ ਦੇ ਨਾਲ ਤੈਅ ਨਹੀਂ ਹੁੰਦੀ ਤਾਂ ਇਹਦਾ ਮਤਲਬ ਇਹ ਹੋਵੇਗਾ ਕਿ ਮੋਰਚੇ ਦੇ ਵਿੱਚ ਮੋਰਚਾ ਪੱਕਾ ਹੋ ਜਾਵੇਗਾ ਔਰ ਦੂਸਰੇ ਪਾਸੇ ਸਰਕਾਰ ਨੂੰ ਮੋਰਚਾ ਚੁਕਾਉਣਾ ਔਖਾ ਹੋ ਜਾਵੇਗਾ। ਇਸੇ ਲੈ ਕੇ ਸਭ ਦੀਆਂ ਨਜ਼ਰਾਂ ਜਿਹੜੀਆਂ ਉਹਨਾਂ ਐਸਕੇਐਮ ਦੀ ਮੀਟਿੰਗ ਤੇ ਲੱਗੀਆਂ ਹੋਈਆਂ ਨੇ। ਐਸਕੇਐਮ ਦੀ ਮੀਟਿੰਗ ਫਿਲਹਾਲ ਜਾਰੀ ਹੈ। 2:30 ਵਜੇ ਦੀ ਇੱਕ ਪ੍ਰੈਸ ਕਾਨਫਰੰਸ ਕਰਕੇ ਐਸਕੇਐਮ ਦੀ ਮੀਟਿੰਗ ਦੇ ਵਿੱਚ ਕੀ ਨਤੀਜਾ ਨਿਕਲਿਆ, ਐਸਕੇਐਮ ਅਗਲਾ ਐਕਸ਼ਨ ਕੀ ਲਾਣੇਗਾ, ਉਹਨੂੰ ਲੈ ਕੇ ਜਿਹੜੀ ਹੈਗੀ ਹੈ ਗੱਲਬਾਤ ਹੋਵੇਗੀ। ਬਿਲਕੁਲ, ਕਿਉਂਕਿ ਇੱਥੇ ਲਗਾਤਾਰ ਇਹ ਮੁਸ਼ਕਿਲ ਸਰਕਾਰ ਲਈ ਬਣੀ ਹੋਈ ਹੈ। ਹਾਲਾਂਕਿ ਜਿਸ ਤਰ੍ਹਾਂ ਦੇ ਨਾਲ ਕੋਸ਼ਿਸ਼ਾਂ ਇਸ ਵਿਚਕਾਰ ਜ਼ਰੂਰ ਹੋਈਆਂ, ਮੁੱਖ ਮੰਤਰੀ ਨੇ ਵੀ ਭਰੋਸਾ ਦਿੱਤਾ, ਲੇਕਿਨ ਕੋਈ ਗੱਲ ਸਿਰੇ ਬੰਨੇ ਬਣਦੀ ਨਜ਼ਰ ਨਹੀਂ ਆਈ ਕਿਉਂਕਿ ਧਰਨਾ ਚੁੱਕਣ ਨੂੰ ਕਿਸਾਨ ਤਿਆਰ ਨਹੀਂ ਸਨ। ਲੇਕਿਨ ਉਸ ਤੋਂ ਬਾਅਦ ਜੋ ਹਾਲਾਤ ਬਣੇ ਨੇ, ਪਹਿਲਾਂ ਪੁਲਿਸ ਵੱਲੋਂ ਵੀ ਤਸ਼ੱਦਦ ਢਾਈ ਗਈ, ਕਈਆਂ ਨੂੰ ਹਿਰਾਸਤ 'ਚ ਲਿਆ ਗਿਆ ਔਰ ਉਸ ਤੋਂ ਬਾਅਦ ਲਗਾਤਾਰ ਹੁਣ ਇਹ ਕਿਉਂਕਿ ਸਰਕਾਰ ਦੇ ਖਿਲਾਫ ਰੋਸ ਵੀ ਇਹ ਸਾਰੀ ਕਾਰਵਾਈ ਲੈ ਕੇ ਵੱਧਦਾ ਹੋਇਆ ਨਜ਼ਰ ਆ ਰਿਹਾ। ਬਿਲਕੁਲ ਤੁਹਾਨੂੰ ਯਾਦ ਹੋਵੇਗਾ ਕਿ ਐਸਕੇਐਮ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ। ਇਸ ਤੋਂ ਪਹਿਲਾਂ ਸਿਆਸੀ ਔਰ ਗੈਰ ਸਿਆਸੀ, ਤਾਂ ਦੋਨੇ ਐਸਕੇਐਮ ਮੋੜੇ ਇਕੱਠੇ ਹੋਏ ਨੇ, ਇੱਕ ਪਲੇਟਫਾਰਮ ਤੇ ਆਏ ਨੇ ਔਰ ਇਸ ਨੂੰ ਲੈ ਕੇ ਅੱਜ ਸਿੱਧੂਪੁਰ ਦੇ ਵਰਕਰ ਪਹੁੰਚੇ ਸੀ ਮੋਰਚੇ ਦੇ ਵਿੱਚ, ਜਿਨ੍ਹਾਂ ਦੇ ਨਾਲ ਪੁਲਿਸ ਦੀ ਤਕਰਾਰ ਹੋਈ ਆ ਔਰ ਦੂਸਰੇ ਪਾਸੇ ਜਿਹੜਾ ਹੈਗਾ ਵੱਡਾ ਇਕੱਠ ਹੋ ਰਿਹਾ। ਹਾਈ ਕੋਰਟ ਦੀਆਂ ਡਾਇਰੈਕਸ਼ਨਾਂ, ਤੀਜੇ ਪਾਸੇ ਮੀਟਿੰਗ ਹੋ ਰਹੀ ਆ, ਚੌਥੇ ਪਾਸੇ ਤਮਾਮ ਆਲਾ ਅਧਿਕਾਰੀ ਲੱਗੇ ਹੋਏ ਨੇ ਕਿ ਇਸ ਮਸਲੇ ਦਾ ਹੱਲ ਕਿਸ ਤਰੀਕੇ ਨਾਲ ਨਜਿੱਠਿਆ ਜਾਵੇ ਔਰ ਵੱਡਾ ਇਕੱਠ ਕਿਸਾਨਾਂ ਦਾ ਲਗਾਤਾਰ ਫੈਕਟਰੀ ਦੇ ਸਾਹਮਣੇ ਹੋ ਰਿਹਾ ਔਰ ਆਲੇ ਦੁਆਲੇ ਜਿਹੜੇ ਪਿੰਡ ਉਹਨਾਂ ਦੇ ਵਿੱਚ ਵੀ ਇੱਕ ਹੁਣ ਜਿਹੜਾ ਹੈਗਾ ਉਹ ਪੈਨਿਕ ਕ੍ਰੀਏਟ ਹੋ ਚੁੱਕਿਆ, ਤਣਾਅ ਵਾਲਾ ਮਾਹੌਲ ਹੈਗਾ। ਕੱਲ ਐਸਐਸਪੀ ਖੁਦ ਫਿਰੋਜ਼ਪੁਰ ਐਸਐਸਪੀ ਵੱਲੋਂ ਗੱਲ ਕਹੀ ਗਈ ਸੀ ਕਿ ਜੇਕਰ ਜ਼ਰੂਰਤ ਪਈ ਤਾਂ ਪੁਲਿਸ ਬਲ ਦਾ ਪ੍ਰਯੋਗ
ਨਜ਼ਰਯੋਗ ਹੋ ਸਕਦਾ, ਕਿਉਂਕਿ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਨੇ ਕਿ ਫੈਕਟਰੀ ਸਾਹਮਣੇ ਤੋਂ ਜਿਹੜਾ ਹੈਗਾ ਧਰਨਾ ਚੁਕਵਾਇਆ ਜਾਵੇ। ਤਾਂ ਹੁਣ ਮਿਲ ਬੈਠ ਕੇ ਕੀ ਹੱਲ ਨਿਕਲ ਗਿਆ, ਕਿਉਂਕਿ ਕਿਸਾਨ ਇਲਜ਼ਾਮ ਲਗਾ ਰਹੇ ਨੇ ਕਿ ਜਦੋਂ ਮੁੱਖ ਮੰਤਰੀ ਦੇ ਨਾਲ ਮੀਟਿੰਗ ਸੀ ਤਾਂ ਮੁੱਖ ਮੰਤਰੀ ਨੇ ਗੱਲ ਕਹੀ ਸੀ ਕਿ ਪਹਿਲਾਂ ਤੁਸੀਂ ਧਰਨਾ ਚੁੱਕੋ, ਇਸ ਤੋਂ ਬਾਅਦ ਮਸਲੇ ਦਾ ਹੱਲ ਕਰਾਂਗੇ, ਕਮੇਟੀ ਬਣਾਵਾਂਗੇ। ਪਰ ਕਿਸਾਨ ਕਹਿ ਰਹੇ ਨੇ ਕਿ ਪਹਿਲਾਂ ਫੈਕਟਰੀ ਬੰਦ ਕਰੋ, ਅਸੀਂ ਧਰਨਾ ਫੇਰ ਚੁੱਕਾਂਗੇ। ਤਾਂ ਵਿਚਕਾਰ ਅਸੀਂ ਗੱਲ ਨਹੀਂ ਛੱਡਣਾ ਚਾਹੁੰਦੇ। ਤਾਂ ਦੋਨੇ ਪਾਸੇ ਤੋਂ ਜਿਹੜੀ ਚਸਲ ਹੈ ਉਹ ਹਾਲੇ ਤੱਕ ਨਤੀਜਾ ਕੀ ਨਿਕਲੇਗਾ ਇਹ ਦੇਖਣਾ ਕਾਫੀ ਅਹਿਮ ਰਹੇਗਾ। बिल्कुल, और हुण इस पूरे मसले का हल किस तरह का नाल निकलेगा, क्योंकि आज सरकार ने भी स्टेटस रिपोर्ट जी दाखिल करनी सी, लेकिन की स्टेटस रिपोर्ट दाखिल होएगी की कुछ उस विच किया जाएगा, इस दे बारे कोई जानकारी? स्टेटस रिपोर्ट जो दाखिल करनी सी आज सरकार ने ਅਰਾਂ 2 ਵਜੇ ਦਾ ਸਮਾਂ ਸੀ ਕੋਰਟ ਦੇ ਵਿੱਚ ਕਿ 2 ਵਜੇ ਸਰਕਾਰ ਵੱਲੋਂ ਜਿਹੜਾ ਹੈਗਾ ਉਹ ਸਟੇਟਸ ਰਿਪੋਰਟ ਦਿੱਤੀ ਜਾਣੀ ਸੀ ਕਿ ਹੁਣ ਤੱਕ ਉਸ ਫੈਕਟਰੀ ਦੇ ਵਿੱਚ ਕੀ ਕੀਤਾ ਗਿਆ, ਫੈਕਟਰੀ ਬਾਹਰ ਧਰਨਾ ਚੁਕਵਾਇਆ ਗਿਆ ਕਿ ਨਹੀਂ ਚੁਕਵਾਇਆ ਗਿਆ, ਜਿਹੜੇ ਉਹਦੇ ਦੋਨਾਂ ਗੇਟਾਂ ਦੇ ਵਿੱਚ ਐਂਟਰੀ ਬਹਾਲ ਹੋਈ ਹੈ ਕਿ ਨਹੀਂ ਹੋਈ, ਹੁਣ ਤੱਕ ਜੋ ਲਾਸ ਹੋਇਆ ਫੈਕਟਰੀ ਦਾ ਉਸ ਦੀ ਲਾਸ ਦੀ ਭਰਪਾਈ ਸਰਕਾਰ ਵੱਲੋਂ ਕੀਤੀ ਗਈ ਹੈ ਕਿ ਨਹੀਂ ਕੀਤੀ, ਜੋ ਰੋਡ ਮੰਗਿਆ ਗਿਆ ਫੈਕਟਰੀ ਵੱਲੋਂ ਉਹ ਰੋਡ ਖਾਲੀ ਰਵੇ, ਉਹ ਰੋਡ ਤੇ ਆਵਾਜਾਈ ਬਹਾਲ ਰਵੇ, ਉਸ ਨੂੰ ਲੈ ਕੇ ਕੀ ਸਥਿਤੀ ਹੈਗੀ, ਇਹ तमाम ਗੱਲਾਂ ਦਾ ਹਵਾਲਾ ਜਿਹੜਾ ਹੈਗਾ ਉਹ ਹਾਈ ਕੋਰਟ ਦੇ ਵਿੱਚ ਸਰਕਾਰ ਵੱਲੋਂ ਰੱਖਿਆ ਜਾਣਾ ਸੀ। ਤਾਂ ਹੁਣ ਇੱਕ ਵਾਰ ਮਾਹੌਲ ਵਿਗੜਿਆ ਹੈਗਾ, ਸਰਕਾਰ ਵੱਲੋਂ ਸਟੇਟਸ ਰਿਪੋਰਟ ਦਿੱਤੀ ਜਾਣੀ ਆ। ਤਾਂ ਇਸ ਮਾਹੌਲ ਦੇ ਵਿਚਕਾਰ ਜਦੋਂ ਹਾਈ ਕੋਰਟ ਦੇ ਸਾਹਮਣੇ ਇਸ ਵਾਰ ਜਿਹੜੇ ਕਿਸਾਨਾਂ ਦਾ ਪੱਖ ਵਕੀਲ ਰੱਖਣ ਜਾ ਰਹੇ ਨੇ ਉਹ ਕੀ ਪੱਖ ਰੱਖਦੇ ਨੇ, ਉਹ ਕਿਹੜੀਆਂ ਗੱਲਾਂ ਨੂੰ ਲੈ ਕੇ ਕੋਰਟ ਨੂੰ ਚਾਲੂ ਕਰਵਾਉਂਦੇ ਨੇ, ਆਮ ਲੋਕਾਂ ਦਾ ਕੀ ਨੁਕਸਾਨ ਹੋ ਰਿਹਾ ਤੇ ਇਸ ਖੇਤਰ ਦੇ ਵਿੱਚ ਕੀ ਨੁਕਸਾਨ ਹੋ ਰਿਹਾ, ਕਿਸ ਤਰੀਕੇ ਨਾਲ ਪਾਣੀ ਪ੍ਰਦੂਸ਼ਿਤ ਹੋ ਰਿਹਾ, ਉਹ ਆਪਣੀ ਰਿਪੋਰਟ ਵੀ ਅੱਜ ਜਿਹੜੀ ਹੈ ਕੋਰਟ ਦੇ ਸਾਹਮਣੇ ਆਪਣਾ ਪੱਖ ਵੀ ਰੱਖਣਗੇ। ਤਾਂ ਹਾਲਾਤ ਇਹ ਜਿਹੜੇ ਹੈਗੇ ਨੇ, ਇੱਕ ਪਾਸੇ ਜੋ ਰਿਪੋਰਟ ਹੈ ਤੇ ਦੂਜੇ ਪਾਸੇ ਮੀਟਿੰਗ, ਤੇ ਹੁਣ ਜਿਹੜਾ ਹੈਗਾ ਤਣਾਅ ਵਾਲਾ ਮਾਹੌਲ ਹੈਗਾ। ਤਾਂ ਇਹ ਮਾਹੌਲ ਕਿਸ ਤਰੀਕੇ ਨਾਲ ਮਾਹੌਲ ਨਾਲ ਨਜਿੱਠਿਆ ਜਾਵੇ, ਸਭ ਤੋਂ ਵੱਡੀ ਚੁਣੌਤੀ ਹੁਣ ਪ੍ਰਸ਼ਾਸਨ ਦੇ ਸਾਹਮਣੇ ਆ ਖੜੀ ਹੋਈ ਹੈ। बिल्कुल, सो तस्वीरां में दर्शकों दिखा रहे हैं किस तरह दे नाल पुलिस दा नाका तोड़ के अगे वधे ने किसान, और इत्थे खासा तनाव जिहड़ा है बनदा नजर आया। पुलिस दीयां डांगां दे किसानां ने भी उसका जवाब दिता है, पुलिस वालियां ते वापस लाठियां चलाईयां ने। सो जिस तरह दे नाल ये वड्डी गिनती विच किसान पहुंचे ने, हुण पुलिस भी कोई उन्हां नूं रोकण दी कोशिश करदी नजर नहीं आ रही, क्योंकि इत्थे गिनती बहुत ज्यादा है। विजय लगातार साडे सहयोगी इत्थों बने हुए ने। विजय, सो इस वेले दी की हुण तस्वीर, क्या हुण पुलिस इन्हां नूं अगे जाण दे रही है? ਰਾਧਾ ਤੁਸੀਂ ਦੇਖ ਲਓ ਕਿ ਤਸਵੀਰਾਂ ਵਿੱਚ ਹੁਣ ਇਸ ਤੋਂ ਬਾਅਦ ਹੋਰ ਕੁਝ ਗਰੁੱਪ ਆਏ ਨੇ, ਗੁਰਾਹਾਂ ਗਰੁੱਪ ਦੇ ਕੁਝ ਕਿਸਾਨ ਆਏ ਨੇ। ਹੁਣ ਪੁਲਿਸ ਬਿਨਾਂ ਨਿਰਵਿਰੋਧ ਉਹਨਾਂ ਨੂੰ ਉੱਥੋਂ ਲੰਘਣ ਦੇ ਰਹੀ ਹੈ, ਕਿਉਂਕਿ ਉਸ ਪਿਛਲੇ ਤਕਰਾਰ ਤੋਂ ਬਾਅਦ ਪੁਲਿਸ ਸ਼ਾਇਦ ਹੱਥ ਖੜੇ ਕਰ ਗਈ ਹੈ ਜਾਂ ਪੁਲਿਸ ਇਹਨਾਂ ਨੂੰ ਇੱਥੋਂ ਆਰਾਮ ਨਾਲ ਜਾਣ ਦੇ ਰਹੀ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਹੁਣ ਕਿਸਾਨ ਆਰਾਮ ਨਾਲ ਉੱਥੋਂ ਲੰਘ ਕੇ ਜਾ ਰਹੇ ਹਨ। ਇਹ ਉਹੀ ਰਸਤਾ ਟੀ ਪੁਆਇੰਟ ਦਾ ਜਿੱਥੋਂ ਪਹਿਲੇ ਬੈਰੀਕੇਡ ਸਨ, ਜਿੱਥੋਂ ਬੈਰੀਕੇਡ ਸਿੱਧੂਪੁਰ ਗਰੁੱਪ ਵਾਲਿਆਂ ਨੇ ਤੋੜੇ ਸਨ, ਜਿੱਥੋਂ ਪੁਲਿਸ ਦਾ ਕਹਿਣਾ ਸੀ ਕਿ ਤੁਹਾਡੇ ਵਾਸਤੇ ਅਲੱਗ ਤੋਂ ਰਸਤੇ ਬਣਾਏ ਹਨ, ਇਹ ਰਸਤਾ ਬਲੌਕ ਹੈ। ਉਸ ਰਸਤੇ ਤੋਂ ਹੁਣ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਕਿ ਆਰਾਮ ਨਾਲ ਕਿਸਾਨਾਂ ਨੂੰ ਲੰਘਣ ਦਿੱਤਾ ਜਾ ਰਿਹਾ ਹੈ। ਹੁਣ ਤੋਂ 2 ਮਿੰਟ ਪਹਿਲਾਂ ਇੱਥੇ ਹੀ ਤਕਰਾਰ ਹੋ ਕੇ ਹਟਿਆ ਹੈ ਤੇ ਹੁਣ ਉੱਥੋਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਆਰਾਮ ਨਾਲ ਕਿਸਾਨਾਂ ਨੂੰ ਬਿਨਾਂ ਨਿਰਵਿਰੋਧ ਲੰਘਣ ਦੀ ਆਗਿਆ ਦਿੱਤੀ ਜਾ ਰਹੀ ਹੈ। ਲੇਕਿਨ ਬੈਰੀਕੇਡ ਦੇ ਵਿੱਚੋਂ ਰਸਤਾ ਦਿੱਤਾ ਗਿਆ, ਬੈਰੀਕੇਡ ਨੂੰ ਅਲੱਗ ਨਹੀਂ ਕੀਤਾ ਗਿਆ। ਉਸੇ ਤਰ੍ਹਾਂ ਹੀ ਤੁਸੀਂ ਦੇਖੋ ਕਿ ਬੱਸਾਂ ਲੱਗੀਆਂ ਹੋਈਆਂ ਨੇ, ਔਰ ਬੱਸਾਂ ਦੇ ਵਿੱਚੋਂ ਜਿਹੜਾ ਥੋੜਾ ਰਸਤਾ ਉਹਦੇ ਵਿੱਚੋਂ ਦੀ ਲੰਘ ਕੇ ਕਿਸਾਨ ਜਾ ਰਹੇ ਹਨ, ਔਰ ਉਸ ਤੋਂ ਬਾਅਦ ਆਰਾਮ ਨਾਲ ਇਹ ਅਗਾਂਹ ਦੀ ਜੋ 1.5 ਕਿਲੋਮੀਟਰ ਦੂਰ ਧਰਨਾ ਸਥਲ ਵੱਲ ਨੂੰ ਜਾ ਰਹੇ ਹਨ। बिल्कुल, और इत्थे जिस नाल हालात बने, क्योंकि हुण ये साफ नज़र आ रहा है, क्योंकि वड्डी गिनती संयुक्त किसान मोर्चा गैर सियासी होर जथेबंदियां लगातार हिमायत दे रही ने, इत्थे पहुंचे ने। किते ना किते हुण सरकार दी बड़ा मुश्किल ये होंदा जा रहा है इस धरने नूं चुकवाना या इस स्थिति नूं जिहड़ा है काबू करना। विजय, मेरी आवाज़ पहुंच रही तुहाडे तक? ਜੀ ਰਾਧਾ, ਤੁਸੀਂ ਦੇਖੋ ਕਿ ਹੁਣ ਹੋਰ ਇੱਕ ਜਥੇਬੰਦੀ ਆ ਗਈ ਹੈ, ਉਹ ਗੁਰਾਹਾਂ ਗਰੁੱਪ। ਉਹਨਾਂ ਦਾ ਵੀ ਇੱਕ ਲੰਬਾ ਕਾਫਲਾ ਆ ਰਿਹਾ ਜੋ ਬੈਰੀਕੇਡ ਤੋਂ ਲੰਘਣ ਜਾ ਰਿਹਾ ਹੈ। ਤਸਵੀਰਾਂ ਤੁਸੀਂ ਦੇਖੋ ਕਿ ਇੱਕ ਲੰਬਾ ਕਾਫਲਾ ਫਿਰ ਉੱਥੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਹੈ। बिल्कुल, सो उथों दी लंघण दी कोशिश कर रहा। हुण शायद पुलिस नहीं चाहती कि यह स्थिति टकराव वाली बने, और इसलिए हुण जानता जा रहा। सो यकीनन ये सारे जो जथेबंदियां पहुंच रही ने, किसान पहुंच रहे हैं, इस वेले जीरा दे विच शराब फैक्ट्री के बाहर इकट्ठे होना चाह रही ने सारे। ਇਹ ਉਹ ਗੱਡੀ ਹੈ ਜਿਸ ਨੇ ਪਹਿਲੇ ਬੈਰੀਕੇਡ ਤੋੜੇ ਔਰ ਪੁਲਿਸ ਦੁਆਰਾ ਲਾਠੀਆਂ ਨਾਲ ਇਸ ਨੂੰ ਤੋੜਿਆ ਗਿਆ। ਇਸ ਗੱਡੀ ਨੂੰ ਸ਼ਾਇਦ ਹੁਣ ਪਿੱਛੇ ਹਟਾਇਆ ਜਾ ਰਿਹਾ ਹੈ। ਸੋ ਇਸ ਵੇਲੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ।
ਕਿਸ ਤਰ੍ਹਾਂ ਦੇ ਨਾਲ ਵੱਡੀ ਗਿਣਤੀ 'ਚ ਕਿਸਾਨ ਜੋ ਵੱਖ-ਵੱਖ ਜਥੇਬੰਦੀਆਂ ਨੇ, ਆਗੂ ਨੇ, ਮੋਰਚੇ ਨੇ, ਉਹ ਹੁਣ ਇੱਥੇ ਜ਼ੀਰਾ ਵਿਖੇ ਪਹੁੰਚ ਰਹੇ ਨੇ ਔਰ ਇਸ ਵੇਲੇ ਦੀ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਕਿਸ ਕਦਰ ਵੱਡਾ ਇਕੱਠ ਹੈ। ਹਾਲਾਂਕਿ ਇਸ ਤੋਂ ਪਹਿਲਾਂ ਪੁਲਿਸ ਵੱਲੋਂ ਤਕਰੀਬਨ ਜੋ ਫੈਕਟਰੀ ਜਿੱਥੇ ਕਿ ਧਰਨਾ ਲਗਾ ਗਿਆ ਸੀ ਉਸ ਤੋਂ 1.5 ਕਿਲੋਮੀਟਰ ਦੂਰ ਬੈਰੀਕੇਡਿੰਗ ਕਰਤੀ ਗਈ ਤਾਂ ਜੋ ਅੱਗੇ ਨਾ ਵਧਿਆ ਜਾਏ ਕਿਸਾਨਾਂ ਵੱਲੋਂ, ਲੇਕਿਨ तमाम ਕਿਸਾਨਾਂ ਵੱਲੋਂ ਇਹ ਬੈਰੀਕੇਡਿੰਗ ਤੋੜ ਦਿੱਤੀ ਗਈ। ਹਾਲਾਤ ਇਹ ਬਣੇ ਕਿ ਜਦੋਂ ਪੁਲਿਸ ਨੇ ਥੋੜਾ ਲਾਠੀ ਚਾਰਜ ਕੀਤਾ, ਬਲ ਦਾ ਪ੍ਰਯੋਗ ਕੀਤਾ ਤੇ ਵਾਪਸ ਪੁਲਿਸ ਤੇ ਵੀ ਲਾਠੀ ਚਾਰਜ ਕਿਸਾਨਾਂ ਵੱਲੋਂ ਕੀਤਾ ਗਿਆ ਔਰ ਇਹ ਤਣਾਅ ਵਾਲੀ ਸਥਿਤੀ ਬਣਦੀ ਨਜ਼ਰ ਆਈ। ਲੇਕਿਨ ਹੁਣ ਜਿਸ ਤਰ੍ਹਾਂ ਨਾਲ ਹਜੂਮ ਇਸ ਵੇਲੇ ਕਿਸਾਨਾਂ ਦਾ ਵੱਖ-ਵੱਖ ਜਥੇਬੰਦੀਆਂ ਦਾ ਇੱਥੇ ਨਜ਼ਰ ਆ ਰਿਹਾ ਹੈ, ਪੁਲਿਸ ਵੀ ਹੁਣ ਇੱਕ ਸਾਈਡ ਤੇ ਖੜੀ ਹੋ ਗਈ ਹੈ ਕਿਉਂਕਿ ਇੱਥੇ ਜੇ ਹੁਣ ਟਕਰਾਅ ਬਣਦਾ ਹੈ ਤਾਂ ਯਕੀਨਨ ਹਾਲਾਤ ਜਿਹੜੇ ਨੇ ਉਹ ਨਾਜ਼ੁਕ ਬਣ ਸਕਦੇ ਨੇ। ਸ਼ਾਇਦ ਪੁਲਿਸ ਵੀ ਇਸ ਗੱਲ ਨੂੰ ਸਮਝ ਰਹੀ ਹੈ ਕਿ ਇੱਥੇ ਹੁਣ ਬਲ ਦਾ ਪ੍ਰਯੋਗ ਕਰਨਾ ਸਹੀ ਨਹੀਂ ਹੋਏਗਾ ਕਿਉਂਕਿ ਹੁਣ ਗਿਣਤੀ ਬਹੁਤ ਜ਼ਿਆਦਾ ਕਿਸਾਨਾਂ ਦੀ, ਕਿਸਾਨ ਜਥੇਬੰਦੀਆਂ ਦੀ ਹੋ ਚੁੱਕੀ ਹੈ ਜੋ ਕਿ ਜ਼ੀਰਾ ਦੇ ਵਿੱਚ ਸ਼ਰਾਬ ਫੈਕਟਰੀ ਦਾ ਮਾਮਲਾ ਇਸ ਵੇਲੇ ਹੁਣ ਬਹੁਤ ਜ਼ਿਆਦਾ ਪੱਕ ਚੁੱਕਿਆ ਹੈ। ਇੱਕ ਪਾਸੇ ਐਸਕੇਐਮ ਦੀ ਮੀਟਿੰਗ ਵੀ ਚੱਲ ਰਹੀ ਹੈ ਮੱਖੂ ਵਿਖੇ, ਉਸ ਵਿੱਚ ਕੀ ਕੁਝ रणनीति बनती है कि कुछ फैसले ले जाते हैं वो भी तस्वीर साफ होएगी। बाद दोपहर जिहड़ा है इस बाबत जानकारी दी जाएगी। उत्थे ही आज सरकार ने कोर्ट दे विच स्टेटस रिपोर्ट भी दाखिल करनी है। हालांकि पिछली सुनवाई सरकार नूं खासी झाड़ पई सी, जुर्माना भी लग्या सी, लेकिन इस सब विचकार भावें कोर्ट ने कोई भी फैसला किया होवे कि धरना जिहड़ा है इत्थों दी हटवाया जाए, इस फैक्ट्री जिहड़ी है अपने तमाम जो नॉर्म्स ने उसनूं फॉलो कर रही है। रमन साडे नाल इस वेले जुड़ चुके ने। रमन लगातार जो तस्वीरां ते जानकारी देने, रमन जिस तरह के नाल ये तस्वीरां नज़र आ रही ने, जिस तरह के नाल किसान वड्डी गिनती च इत्थे जुट रहे ने, जथेबंदियां वख-वख किते ना किते हुण बहुत वड्डी चुनौती बन गई है सरकार लई। ना बिल्कुल, क्योंकि जो मीटिंग चल रही है सरकार की नज़र उस पर भी है, प्रशासन की नज़र उस पर भी है और इसे करके जी पुलिस एक इस मीटिंग खत्म होने तो पहला कोई एक्शन नहीं लगेगी क्योंकि पुलिस ने इस गल का चंगी तरीके नाल पता जो साडी हुण लगातार गलबात भी हो रही है कि प्रशासन एसकेएम की मीटिंग जरूर वेख रहे कि एसकेएम की मीटिंग के विच फैसला की लिया जाता क्योंकि एसकेएम के आगुओं नूं साफ तौर पर कह दिता गया कि जिन्ना समा उन्हां दी मीटिंग चल रही है कोई भी पुलिस एक्शन नहीं करेगी तां जो किसानां नूं उन्हां दे रोह दा सामना करना पवे। इसे चलदे जिहड़ा हुण एक बार माहौल टिकिया क्योंकि लगातार एसकेएम की मीटिंग से नजर और खुद प्रशासन भी एसकेएम की मीटिंग से नजर रख रहा और इसे करके जो टकराव बनया तो माहौल होर ना गरमावे, माहौल होर खराब ना हो। इसे करके दोनों धिरां नूं खास तौर पर किसानों नूं भी एसकेएम के आगू कह रहे हैं कि कोई भी किसान आगू जिहड़ा हैगा एसकेएम की किसी गल जिहड़ा मीटिंग तो पहला जिहड़ा हैगा वो इत्थे आप मारे से फैसला नहीं लवेगा। तो बेशक तनाव होने पहला दे नालों घट चुकिया, किसान आपो अपने टिकाने ते बैठ चुके, पुलिस भी लैन खड़ चुकी है पर माहौल बिगड़े ना इस नूं यकीन लिए और जिहड़ा हैगा दारोमदार जिहड़ा एसकेएम दे आगूआं ते है। इसे करके एसकेएम की मीटिंग से नज़र लगी हुई है। अज वड्डा इकट्ठ है, फैक्ट्री जिहड़ी हैगी आ वो मुड़ चालू होवे इसी कोशिश जिहड़ी है फैक्ट्री मालकां वल्लों भी की जा रही है, सरकार वल्लों प्रशासन वल्लों भी की जा रही है क्योंकि हाई कोर्ट के सख्त निर्देश ने और दूसरे पासे किसान अपना हवाला दे रहे हैं। इस नूं लैके माहौल उसे तरीके नाल हुण ना खराब होवे इहनूं यकीनी बनाया जावे। इस नूं लैके दोहां पासिआं तो जिहड़ियां आगू ने चाहे पुलिस प्रशासन के अधिकारी ने चाहे किसान आगू ने वो इस दे विच लगे हुए हैं कि जो हुण तक माहौल बिगड़िया सी उहनूं मुड़ शांत किया जाए, शांति दे विच गल होवे। जेकर माहौल बिगड़दा तां लगदी नहीं हो पाएगी दोनों पासिआं तो, इस करके गलबात तो सही रहना बड़ा लाजमी। बिल्कुल, सो ये तस्वीर हमने दर्शकों को दिखा रहे हैं हुण। हालांकि जिस तरह साडे सहयोगी जानकारी दे रहे हैं कि थोड़ा जिहा हालात हुण काबू विच ने क्योंकि जो किसान इत्थे जथेबंदियां वख-वख किसान आगू पहुंच रहे सन वो हुण टिकाणे ते बैठ गए ने, लेकिन पुलिस भी वड्डी गिनती च इत्थे मौजूद है। लेकिन ये टकराव वाली स्थिति जरूर बनती हुई नज़र एक मौके ते आई। सो हुण जिहड़ी बैरीकेडिंग है वो पूरी तरह दे नाल हटा दी गई है क्योंकि इत्थे जो गिनती है किसानों की वो लगातार बढ़ती जा रही है क्योंकि होर वख-वख जथेबंदियां भी आन जुड़ियां ने अपना समर्थन देने के लिए इत्थे किसानों नूं जो शराब फैक्ट्री है उसनूं बंद कराउण दे लई ही ये धरना पिछले कई महीनों तो जारी है। उत्थे एसकेएम की अपनी मीटिंग मक्खू विखे चल रही है। सो उस विच की कुछ फैसला लिया जाता है उससे भी सरकार पुलिस प्रशासन पूरी तरह नज़र रखे हुए है। लेकिन इत्थे जो हालात कुछ देर पहला खासे तनाव वाले नज़र आ रहे सन, हुण हालात काबू दे विच ने फिलहाल क्योंकि पुलिस ने तमाम बैरीकेडिंग हटा दी है। किसी तरह की कोई जोर जबरदस्ती नहीं हो रही है क्योंकि दस दी कि इस तो पहला जो तस्वीर तो असीं दिखा रहे थे कि किस तरह के नाल क्योंकि पुलिस ने इत्थे भारी बैरीकेडिंग की सी, अगे वधन तो रोकया गया
ਬਲ ਦਾ ਵੀ ਕੁਝ ਪ੍ਰਯੋਗ ਹਲਕਾ ਕਰਦੇ ਹੋਏ ਪੁਲਿਸ ਮੁਲਾਜ਼ਮ ਨਜ਼ਰ ਆਏ ਤਾਂ ਫਿਰ ਕਿਸਾਨਾਂ ਨੇ ਵੀ ਵਾਪਸ ਲਾਠੀ ਚਾਰਜ ਕੀਤਾ। ਸੋ ਰਮਨ ਲਗਾਤਾਰ ਬਣੇ ਹੋਏ ਨੇ। ਰਮਨ, ਜਿਸ ਤਰ੍ਹਾਂ ਦੇ ਨਾਲ ਅਸੀਂ ਤਸਵੀਰਾਂ ਵੇਖ ਰਹੇ ਹਾਂ, ਕਿਸਾਨ ਹੋਰ ਜਿਹੜੇ ਜਥੇਬੰਦੀਆਂ ਨੇ ਵੱਖ-ਵੱਖ ਲਗਾਤਾਰ ਇੱਥੇ ਜੁੜ ਰਹੀਆਂ ਨੇ। ਅਜੇ ਵਿਚਕਾਰ ਸਵਾਲ ਕਿ ਕਿਸ ਤਰ੍ਹਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਜਿਹੜਾ ਸੰਭਾਲੇਗਾ, ਕਿਉਂਕਿ ਹੁਣ ਤੱਕ ਤਾਂ ਕੁਝ ਗਿਣਤੀ ਸੀ ਜਿਹੜੀ ਲਗਾਤਾਰ ਇੱਥੇ ਸ਼ਾਂਤੀਪੂਰਨ ਢੰਗ ਨਾਲ ਬੈਠੀ ਹੋਈ ਸੀ। ਬਿਲਕੁਲ ਰਾਧਾ, ਕਿਉਂਕਿ ਜਿਸ ਰੋਡ ਦੀ ਤੁਸੀਂ ਗੱਲ ਕਰ ਰਹੇ ਹੋ, ਪਿੰਡ ਰਟੌਲ ਤੋਂ ਫੈਕਟਰੀ ਦੇ 2 ਨੰਬਰ ਗੇਟ ਤੱਕ ਆਉਂਦਾ ਔਰ 2 ਰਸਤੇ ਨੇ। ਇੱਕ ਪਿੰਡ ਰਟੌਲ ਤੋਂ ਰਸਤਾ ਆਉਂਦਾ ਜਿਹੜਾ 2 ਨੰਬਰ ਗੇਟ ਤੱਕ ਪਹੁੰਚਦਾ, ਔਰ 1 ਨੰਬਰ ਗੇਟ ਜਿਹੜਾ ਹੈਗਾ ਪਿੰਡ ਸਨੇਰ ਤੋਂ ਆਉਂਦਾ। ਤਾਂ ਜਿਹੜੇ ਆਮ ਲੋਕਾਂ ਲਈ ਜਾਂ ਇੱਥੇ ਜਿਹੜਾ ਹੈਗਾ ਧਰਨੇ ਦੇ ਵਿੱਚ ਜਿਹੜੇ ਲੋਕ ਸ਼ਾਮਲ ਹੋਣਾ ਚਾਹੁੰਦੇ ਨੇ, ਉਹਨਾਂ ਦੇ ਲਈ ਜਿਹੜਾ ਹੈਗਾ ਸਨੇਰ ਪਿੰਡ ਰੱਖਿਆ ਗਿਆ ਹੈ। ਔਰ ਦੂਸਰੇ ਪਾਸੇ ਜਿਹੜੇ ਕਿਸਾਨ ਦੂਸਰੇ ਪਾਸੇ ਤੋਂ ਆ ਰਹੇ ਨੇ, ਉਹ ਪਿੰਡ ਰਟੌਲ ਦੇ ਵਿੱਚ ਆਉਂਦੇ। ਰਟੌਲ ਬਿਲਕੁਲ ਜਦੋਂ ਬਾਹਰ ਨਿਕਲਦੇ ਆ ਫੈਕਟਰੀ ਤੋਂ ਤਕਰੀਬਨ 150 ਮੀਟਰ ਦੂਰ ਤੇ ਜਿਹੜਾ ਹੈਗਾ ਉਹ ਬੈਰੀਕੇਡ ਲਗਾਏ ਹੋਣ, ਤਾਂ ਜੋ ਉਧਰ ਦੀ ਕਿਸਾਨ ਘਾਟ ਵੱਡੇ ਵੀ 2 ਨੰਬਰ ਗੇਟ ਤੇ ਬੈਠੇ ਹੋਏ ਨੇ। ਤਾਂ ਇਸੇ ਕਰਕੇ ਜਿਹੜਾ ਹੈਗਾ ਜਦੋਂ ਰਟੌਲ ਪਿੰਡ ਤੋਂ ਕਿਸਾਨ ਆਉਂਦੇ ਨੇ, ਪੁਲਿਸ ਦੀ ਕੋਸ਼ਿਸ਼ ਰਹਿੰਦੀ ਹੈ ਕਿ ਵੱਡੇ ਪੁਲਿਸ ਅਧਿਕਾਰੀ ਸਾਹਮਣੇ ਬੈਠੇ ਨੇ, ਉਹਨਾਂ ਨੂੰ ਰੋਕਿਆ ਜਾਵੇ, ਕਿਉਂਕਿ ਜਵਾਬ ਤਲਬੀ ਤੇ ਹੇਠਲੇ ਅਧਿਕਾਰੀ ਉਹਨਾਂ ਦੀ ਹੁੰਦੀ ਹੈ ਕਿ ਕਿਵੇਂ ਰਟੌਲ ਪਿੰਡ ਤੱਕ ਕਿਸਾਨ ਪਹੁੰਚੇ, ਕਿਵੇਂ ਇੱਥੋਂ ਆ ਕੇ ਜਿਹੜਾ ਹੈਗਾ ਪ੍ਰੈਸ਼ਰ ਬਣਾ ਕੇ ਕਿਸਾਨ ਅੱਗੇ ਆਉਣਾ ਚਾਹੁੰਦੇ ਨੇ। ਤਾਂ ਉਹ ਬੈਰੀਕੇਡ ਕੱਲ ਤੋਂ ਹੀ ਜਿਹੜਾ ਹੈਗਾ ਪੁਲਿਸ ਔਰ ਕਿਸਾਨਾਂ ਦੇ ਵਿਚਕਾਰ ਇੱਕ ਤਣਾਅ ਵਾਲਾ ਮਾਹੌਲ ਕ੍ਰੀਏਟ ਕਰ ਰਿਹਾ। ਕੱਲ ਵੀ ਜਦੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਆਏ ਸੀ, ਤਾਂ ਉਸ ਸਮੇਂ ਵੀ ਰਟੌਲ ਪਿੰਡ ਤੇ ਉਸੇ ਜਗ੍ਹਾ ਤੇ ਸੇਮ ਉਸੇ ਜਗ੍ਹਾ ਤੇ ਜਿਹੜੇ ਹੈਗੇ ਤਣਾਅ ਬਣਿਆ ਸੀ, ਕਿਉਂਕਿ ਪੁਲਿਸ ਰੋਕਣਾ ਚਾਹੁੰਦੀ ਹੈ ਰਟੌਲ ਪਿੰਡ ਤੋਂ ਕਿਸਾਨ ਨਾ ਆਉਣ। ਕਿਸਾਨ ਵਜੀਦੇ ਨੇ ਕਿ ਸਾਡੇ ਲਈ ਰਸਤਾ ਹੈਗਾ, ਅਸੀਂ ਦੋਨਾਂ ਪਾਸੇ ਤੋਂ ਆਵਾਂਗੇ, ਕਿਉਂਕਿ ਫੈਕਟਰੀ ਦਾ ਰਸਤਾ ਨਹੀਂ ਹੈਗਾ, ਆਮ ਲੋਕਾਂ ਦਾ ਰਸਤਾ ਹੈਗਾ। ਅਸੀਂ ਫੈਕਟਰੀ ਦੇ ਰਸਤੇ ਨਹੀਂ ਜਾਂਦੇ, ਨਾ ਅਸੀਂ ਫੈਕਟਰੀ ਦੇ ਵਿੱਚ ਐਂਟਰ ਹੋਣੇ, ਪਰ ਰਸਤੇ ਤੋਂ ਨਹੀਂ ਤੁਸੀਂ ਸਾਨੂੰ ਰੋਕ ਸਕਦੇ। ਤੇ ਇਸੇ ਕਰਕੇ ਜਿਹੜਾ ਹੈਗਾ ਰਟੌਲ ਪਿੰਡ ਦੇ ਵਿੱਚ ਹਰ ਵਾਰ ਸਮੱਸਿਆ ਬਣਦੀ ਆ। ਤੇ ਹੁਣ ਵੀ ਜੋ ਤਣਾਅ ਬਣਿਆ ਉਹ ਰਟੌਲ ਪਿੰਡ ਦੇ ਬੈਰੀਕੇਡ ਤੇ ਬਣਿਆ, ਕਿ ਰਟੌਲ ਪਿੰਡ ਤੇ ਪੁਲਿਸ ਨਹੀਂ ਚਾਹੁੰਦੀ ਕਿ ਉਸ ਰਸਤੇ ਤੋਂ ਆਉਣ, ਕਿਉਂਕਿ ਪੁਲਿਸ ਕਹਿ ਰਹੀ ਹੈ ਕਿ ਤੁਹਾਨੂੰ ਸਨੇਰ ਜਿਹੜਾ ਪਿੰਡ ਹੈਗਾ ਉੱਥੋਂ ਰਸਤਾ ਦਿੱਤਾ ਗਿਆ, ਤੁਸੀਂ ਉਸ ਰਸਤੇ ਤੇ ਧਰਨੇ ਵਾਲੀ ਜਗ੍ਹਾ ਤੇ ਪਹੁੰਚੋ। ਇਹੀ ਵਜ੍ਹਾ ਹੈ ਕਿ ਜੋ ਹਰ ਵਾਰ ਟਕਰਾਅ ਬਣਦਾ ਹੈਗਾ। ਤਾਂ ਰਟੌਲ ਪਿੰਡ ਤੋਂ ਕੋਈ ਰਸਤਾ ਡਾਈਵਰਟ ਕੀਤਾ ਜਾਂਦਾ, ਕਿਵੇਂ ਮੂਵਮੈਂਟ ਜਿਹੜੀ ਕਿ ਦੂਸਰੇ ਪਾਸੇ ਕੀਤੀ ਜਾਵੇ, ਇਸ ਨੂੰ ਲੈ ਕੇ ਹੁਣ ਪੁਲਿਸ ਜਿਹੜੀ ਹੈਗੀ ਆ ਉਹ ਸੋਚਣ ਦੇ ਲਈ ਮਜਬੂਰ ਹੋ ਚੁੱਕੀ, ਕਿਉਂਕਿ ਕਿਸਾਨ ਵਜੀਦੇ ਨੇ ਕਿ ਸਾਡੇ ਲਈ ਸਾਰੇ ਰਸਤੇ ਖੁੱਲੇ ਹੋਣ, ਅਸੀਂ ਨਾ ਫੈਕਟਰੀ ਦੇ ਅੰਦਰ ਜਾਂਦੇ ਹਾਂ, ਨਾ ਫੈਕਟਰੀ ਨੂੰ ਕੋਈ ਨੁਕਸਾਨ ਪਹੁੰਚਾਉਂਦੇ ਹਾਂ, ਪਰ ਆਪਣੀ ਧਰਨੇ ਵਾਲੀ ਥਾਂ 'ਤੇ ਜਾਣਾ ਚਾਹੁੰਦੇ ਹਾਂ। ਇਸੇ ਕਰਕੇ ਜਦੋਂ ਉਹਨਾਂ ਨੂੰ ਰੋਕਿਆ ਜਾਂਦਾ ਤਾਂ ਤਕਰਾਰ ਪੈਦਾ ਹੁੰਦੀ ਹੈ। ਹੁਣ ਵੀ ਤਕਰਾਰ ਦੀ ਇਹੀ ਵਜ੍ਹਾ ਰਹੀ ਆ। ਤਾਂ ਇਸ ਤੋਂ ਪਹਿਲਾਂ ਹੋਰ ਤਕਰਾਰ ਨਾ ਵਧੇ, SKM ਕੋਈ ਫੈਸਲਾ ਲਵੇ, SKM ਕੋਈ ਵੱਡਾ ਐਕਸ਼ਨ ਐਲਾਨੇ, ਜਾਂ ਫਿਰ ਕਿਸਾਨ ਆਗੂ ਰੌਹ ਦੇ ਵਿੱਚ ਨਾ ਆਉਣ। ਇਸ ਨੂੰ ਲੈ ਕੇ ਜਿਹੜਾ ਹੈਗਾ ਹੁਣ ਇੱਕ ਵਾਰ ਕਿਸਾਨਾਂ ਨੂੰ ਲਗਾਤਾਰ ਅਨਾਉਂਸਮੈਂਟ ਕੀਤੀ ਜਾ ਰਹੀ ਆ ਕਿ SKM ਦੀ ਮੀਟਿੰਗ ਦੇ ਦੌਰਾਨ ਕੋਈ ਵੀ ਕਿਸਾਨ ਆਪ ਮਾਰੇ ਕੋਈ ਫੈਸਲਾ ਨਾ ਲਵੇ, ਕੋਈ ਵੀ ਆਗੂ ਫੈਸਲਾ ਨਾ ਲਵੇ, ਪੁਲਿਸ ਦੇ ਨਾਲ ਨਾ ਉਲਝਿਆ ਜਾਵੇ, ਪੁਲਿਸ ਵੀ ਸਾਡੇ ਨਾਲ ਨਾ ਉਲਝੀ ਜਾਵੇ। ਇਸ ਤਰੀਕੇ ਦੇ ਅਨਾਉਂਸਮੈਂਟ ਲਗਾਤਾਰ ਕਰਵਾਈ ਜਾ ਰਹੀ ਹੈ ਔਰ ਵੱਡਾ ਇਕੱਠ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਲੈ ਕੇ ਆਇਆ। ਬਿਲਕੁਲ, ਹੁਣ ਵੱਡੀ ਚੁਣੌਤੀ ਜਿਹੜੀ ਹੈ ਉਹ ਜ਼ਰੂਰ ਬਣੀ ਹੋਈ ਹੈ, ਲੇਕਿਨ ਕੀ ਅੱਗੇ ਫੈਸਲੇ ਲੈ ਜਾਣਗੇ, ਕਿਉਂਕਿ ਜਿਸ ਨਾਲ ਕਿਸਾਨਾਂ ਦੀ ਗਿਣਤੀ ਇੱਥੇ ਵੱਧਦੀ ਜਾ ਰਹੀ ਹੈ। ਬੜੀ ਵੱਡੀ ਚੁਣੌਤੀ ਪੁਲਿਸ ਪ੍ਰਸ਼ਾਸਨ ਲਈ ਖੜੀ ਹੈ, ਸਰਕਾਰ ਲਈ ਖੜੀ ਹੈ। ਇੱਕ ਪਾਸੇ ਕੋਰਟ ਜਿਹੜੀ ਹੈ ਝਾੜ ਪਾ ਰਹੀ ਹੈ ਸਰਕਾਰ ਨੂੰ ਕਿ ਤੁਸੀਂ ਮਾਮਲੇ ਨੂੰ ਹੁਣ ਤੱਕ ਸੁਲਝਾ ਨਹੀਂ ਪਾਏ ਹੋ, ਇੱਥੋਂ ਦੀ ਧਰਨਾ ਨਹੀਂ ਖਤਮ ਕਰਾ ਪਾਏ, ਲੇਕਿਨ ਕਿਸਾਨ ਇੱਥੇ ਜਿਸ ਨਾਲ ਹੁਣ ਹੋਰ ਵੱਡੀ ਗਿਣਤੀ ਜੁੜਦੇ ਜਾ ਰਹੇ ਨੇ, ਇਹ ਯਕੀਨਨ ਇੱਕ ਬੜੀ ਵੱਡੀ ਮੁਸ਼ਕਿਲ ਸਰਕਾਰ ਦੇ ਲਈ, ਪੁਲਿਸ ਪ੍ਰਸ਼ਾਸਨ ਦੇ ਲਈ ਖੜੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਬਿਲਕੁਲ, ਇਹਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ 24 ਜੁਲਾਈ ਨੂੰ ਇਹ ਧਰਨੇ ਦੀ ਸ਼ੁਰੂਆਤ ਹੋਈ ਸੀ, ਉਸ ਦਿਨ ਇੱਕ ਇਕੱਠ ਜ਼ਰੂਰ ਹੋਇਆ ਸੀ। ਉਹ ਸਿੰਬੋਲਿਕ ਜਿਹੜਾ ਹੈਗਾ ਇਕੱਠ ਕੀਤਾ, ਗੈਦਰਿੰਗ ਕੀਤੀ ਗਈ ਸੀ ਕਿ ਸਰਕਾਰ ਜਾਂ ਲੋਕਲ ਪ੍ਰਸ਼ਾਸਨ ਨੂੰ ਜਗਾਇਆ ਜਾਵੇ ਕਿ ਕਿਸਾਨ ਇਸ ਮੁੱਦੇ ਨੂੰ ਲੈ ਕੇ ਵੱਡਾ ਇਕੱਠ ਕਰ ਸਕਦੇ ਨੇ। ਤਾਂ ਉਸ ਸਮੇਂ ਇਸ ਇਕੱਠ ਨੂੰ ਹਲਕੇ ਦੇ ਵਿੱਚ ਲਿਆ ਗਿਆ ਹੁਣ ਤੱਕ, ਪਰ ਜਿਵੇਂ ਜਿਹੜਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਮਾਹੌਲ ਵਿਗੜਿਆ, ਪਿਛਲੇ ਦਿਨਾਂ ਦੇ ਵਿੱਚ ਵੀਡੀਓ ਵਾਇਰਲ ਹੋਈਆਂ, ਪਿਛਲੇ ਦਿਨਾਂ ਦੇ ਵਿੱਚ ਇੱਕ ਤਣਾਅ ਬਣਿਆ, ਤੇ ਇਸ ਤੋਂ ਬਾਅਦ ਲਗਾਤਾਰ ਜਿਹੜੇ ਹੈਗੇ ਲੋਕ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਣਾ ਸ਼ੁਰੂ ਹੋਏ ਸੀ। ਔਰ ਪਿਛਲੇ ਦਿਨੀ ਜੋ ਹਲਕਾ ਲਾਠੀ ਚਾਰਜ ਹੋਇਆ, ਰਸਤਾ ਰੋਕਿਆ ਗਿਆ ਪੁਲਿਸ ਵੱਲੋਂ, ਤੇ ਇਹਨੂੰ ਲੈ ਕੇ ਲੋਕਾਂ ਦੇ ਵਿੱਚ ਨਾਰਾਜ਼ਗੀ ਆਈ ਕਿ ਉੱਥੇ ਬੈਠਣ ਵਾਲੇ ਲੋਕਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜਾਂ ਉੱਥੇ ਬੈਠਣ ਵਾਲੇ ਲੋਕਾਂ ਦੇ ਨਾਲ ਬਿਲਕੁਲ। ਔਰ ਜਿਸ ਤਰ੍ਹਾਂ ਨਾਲ ਇਹ ਤਸਵੀਰਾਂ ਵੀ ਲਗਾਤਾਰ ਸਾਹਮਣੇ ਆਈਆਂ ਨੇ, ਸਾਫ਼ ਨਜ਼ਰ ਆ ਰਿਹਾ ਕਿਸ ਤਰ੍ਹਾਂ ਨਾਲ ਇੱਥੇ ਤਣਾਅ ਬਣਦਾ ਹੋਇਆ ਨਜ਼ਰ ਆ ਰਿਹਾ ਹੈ, ਕਿਉਂਕਿ ਇੱਥੇ ਗਿਣਤੀ ਕਿਸਾਨਾਂ ਦੀ ਲਗਾਤਾਰ ਵੱਧਦੀ ਜਾ ਰਹੀ ਹੈ। ਹਾਲਾਂਕਿ ਇੱਕ ਪਾਸੇ ਤਸਵੀਰ ਤੁਹਾਨੂੰ ਵਿਖਾ ਰਿਹਾ, ਕੁਝ ਦੇਰ ਪਹਿਲਾਂ ਜਦੋਂ ਭਾਰੀ ਬੈਰੀਕੇਡਿੰਗ ਕੀਤੀ ਗਈ ਸੀ, ਤਕਰੀਬਨ 1.5 ਕਿਲੋਮੀਟਰ ਧਰਨੇ ਵਾਲੀ ਥਾਂ ਤੋਂ ਰੋਕਿਆ ਗਿਆ ਸੀ, ਲੇਕਿਨ ਇੱਥੇ ਕਿਸਾਨ ਕਿਉਂਕਿ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਉਹਨਾਂ ਨੇ तमाम ਬੈਰੀਕੇਡਿੰਗ ਤੋੜ ਦਿੱਤੀ। ਪੁਲਿਸ ਵੱਲੋਂ ਥੋੜਾ ਬਲ ਦਾ ਪ੍ਰਯੋਗ ਕੀਤਾ ਗਿਆ ਤਾਂ ਵਾਪਸ ਪੁਲਿਸ ਤੇ ਹੀ ਲਾਠੀਆਂ ਵਰਾਂਦੇ ਵੀ ਕਿਸਾਨ ਜਿਹੜੇ ਨੇ ਉਹ ਨਜ਼ਰ ਆਏ ਨੇ। ਲੇਕਿਨ ਉਸ ਤੋਂ ਬਾਅਦ ਜਿਸ ਤਰ੍ਹਾਂ ਨਾਲ ਇਹ ਕਿਸਾਨਾਂ ਦੀ ਗਿਣਤੀ ਹੁਣ ਲਗਾਤਾਰ ਵਧ ਰਹੀ, ਕਿਉਂਕਿ ਹੋਰ ਵੱਖ-ਵੱਖ ਜਥੇਬੰਦੀਆਂ ਵੀ ਆਪਣੀ ਹਮਾਇਤ ਕਰਨ ਲਈ ਪਹੁੰਚ ਰਹੀਆਂ ਨੇ, ਉਸ ਤੋਂ ਬਾਅਦ ਇਹ ਜਿਹੜੀ ਬੈਰੀਕੇਡਿੰਗ ਹੈ ਉਹ ਹਟਾ ਦਿੱਤੀ ਗਈ ਹੈ।
ਹਾਲਾਂਕਿ ਜੋ ਇੱਕ ਤਣਾਅ ਤੇ ਟਕਰਾਅ ਵੇਖਿਆ ਜਾ ਰਿਹਾ ਸੀ ਉਸ ਦੇ ਵਿੱਚ ਥੋੜੀ ਜਿਹੀ ਹੁਣ ਕਮੀ ਜ਼ਰੂਰ ਆਈ ਹੈ, ਲੇਕਿਨ ਇੱਕ ਪਾਸੇ ਜਿੱਥੇ ਇਹ ਕਿਸਾਨ ਪਹੁੰਚ ਰਹੇ ਨੇ ਧਰਨੇ ਵਾਲੀ ਥਾਂ ਤੇ ਇਕੱਠੇ ਹੋ ਰਹੇ ਨੇ ਵੱਡੀ ਗਿਣਤੀ, ਦੂਜੇ ਪਾਸੇ ਮੱਖੂ ਵਿਖੇ ਐਸਕੇਐਮ ਦੀ ਭਾਵੇਂ ਉਹ ਕਿਉਂਕਿ ਦੋ ਧੜਿਆਂ 'ਚ ਬਣ ਚੁੱਕਿਆ ਹੈ, ਗੈਰ ਸਿਆਸੀ ਧੜਾ ਜਿਹੜਾ ਉਹ ਵੀ ਨਾਲ ਖੜਾ ਹੋ ਚੁੱਕਿਆ ਹੈ, ਸੋ ਉਹਨਾਂ ਵੱਲੋਂ ਵੀ ਵੱਧ ਰਿਹਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਪੁਲਿਸ ਵੱਲੋਂ ਇਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ, ਪਰ ਕਿਸਾਨ ਜਿਹੜੇ ਨੇ ਇਸ ਵਕਤ ਅੱਗੇ ਵੱਧ ਸੋ ਇਹ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਕਿਉਂਕਿ ਦੋ ਰਾਹ ਬਣਾਏ ਗਏ ਸਨ, ਦੋ ਵੱਖ-ਵੱਖ ਥਾਵਾਂ ਜਿੱਥੋਂ ਕਿ ਇਹ ਕਿਸਾਨ ਪਹੁੰਚ ਰਹੇ ਨੇ ਧਰਨੇ ਵਾਲੀ ਥਾਂ ਤੇ, ਲੇਕਿਨ ਕਿਤੇ ਨਾ ਕਿਤੇ ਹੁਣ ਮਾਹੌਲ ਤਣਾਅ ਵਾਲਾ ਬਣਦਾ ਹੋਇਆ ਪੂਰੀ ਤਰ੍ਹਾਂ ਨਜ਼ਰ ਆਇਆ ਹੈ। ਸੋ ਇਹ ਕੁਝ ਦੇਰ ਪਹਿਲਾਂ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਪੁਲਿਸ ਤੇ ਵਾਪਸ ਲਾਠੀਆਂ ਚਲਾਈਆਂ ਗਈਆਂ ਔਰ ਇੱਥੇ ਇਹ ਟਕਰਾਅ ਵਾਲੀ ਸਥਿਤੀ ਪੁਲਿਸ ਅਤੇ ਕਿਸਾਨਾਂ ਵਿਚਾਲੇ ਬਣਦੀ ਨਜ਼ਰ ਆਈ ਹੈ ਔਰ ਜ਼ੀਰਾ ਦਾ ਇਹ ਸ਼ਰਾਬ ਫੈਕਟਰੀ ਦਾ ਮਾਮਲਾ ਹੁਣ ਬੇਹੱਦ ਗਰਮਾਇਆ ਹੋਇਆ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਯਕੀਨਨ ਇਸ ਵੇਲੇ ਇੱਕ ਵੱਡੀ ਚੁਣੌਤੀ ਪੁਲਿਸ ਪ੍ਰਸ਼ਾਸਨ ਦੇ ਲਈ, ਸਰਕਾਰ ਦੇ ਲਈ ਬਣੀ ਹੋਈ ਹੈ, ਕਿਉਂਕਿ ਜੇ ਬਲ ਦਾ ਪ੍ਰਯੋਗ ਜ਼ਿਆਦਾ ਕੀਤਾ ਜਾਂਦਾ ਹੈ ਤੇ ਰੋਸ ਹੋਰ ਵੀ ਜ਼ਿਆਦਾ ਕਿਸਾਨਾਂ 'ਚ ਵਧੇਗਾ ਔਰ ਕਿਤੇ ਨਾ ਕਿਤੇ ਨਹੀਂ ਚਾਹੇਗੀ ਸਰਕਾਰ ਕਿ ਇਹ ਟਕਰਾਅ ਦੀ ਸਥਿਤੀ ਬਣੇ, ਕੋਈ ਜਾਨ ਮਾਲ ਦਾ ਨੁਕਸਾਨ ਹੋਵੇ। ਅਜੇ ਵਿਚਕਾਰ ਸੰਯਮ ਨਾਲ ਵੀ ਜਿਹੜਾ ਹੈ ਕੰਮ ਲੈਣਾ ਬੜੀ ਵੱਡੀ ਜ਼ਿੰਮੇਵਾਰੀ, ਲੇਕਿਨ ਇਹ ਤਸਵੀਰਾਂ ਕੁਝ ਦੇਰ ਪਹਿਲਾਂ ਦੀਆਂ ਜਦੋਂ ਕਿ ਇੱਥੇ ਕਿਸਾਨਾਂ ਵੱਲੋਂ ਪੁਲਿਸ ਤੇ ਹੀ ਵਾਪਸ ਲਾਠੀਆਂ ਚਲਾਈਆਂ ਗਈਆਂ ਕਿਉਂਕਿ ਉਹਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਸੀ। ਪੁਲਿਸ ਦੀਆਂ ਡਾਂਗਾਂ ਦਾ ਕਿਸਾਨਾਂ ਨੇ ਵੀ ਪੂਰਾ ਜਵਾਬ ਦਿੱਤਾ ਔਰ ਇਸ ਵੇਲੇ ਦੀਆਂ ਤਸਵੀਰਾਂ ਹੁਣ ਪੁਲਿਸ ਜੋ ਅਧਿਕਾਰੀ ਨੇ ਇੱਕ ਪਾਸੇ ਖੜੇ ਹੋ ਗਏ ਨੇ ਕਿਉਂਕਿ ਇਹ ਜੋ ਗਿਣਤੀ ਹੈ ਕਿਸਾਨਾਂ ਦੀ, ਕਿਸਾਨ ਜਥੇਬੰਦੀਆਂ ਵੱਖ-ਵੱਖ ਜਿਹੜੀਆਂ ਨੇ ਉਹ ਹਿਮਾਇਤ ਕਰਨ ਲਈ ਪਹੁੰਚ ਰਹੀਆਂ ਨੇ ਔਰ ਇਸ ਵੇਲੇ ਸਰਕਾਰ ਦੇ ਲਈ ਵੱਡੀ ਮੁਸ਼ਕਿਲ ਜਿਹੜੀ ਹੈ ਉਹ ਇਸ ਪੂਰੇ ਮਾਮਲੇ ਲੈ ਕੇ ਖੜੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਵਿਚਕਾਰ ਜੋ 2 ਦਿਨ ਪਹਿਲਾਂ ਸਾਨੂੰ ਅਸੀਂ ਇਹ ਵੀ ਤਸਵੀਰਾਂ ਵਿਖਾਈਆਂ, ਮੁੱਖ ਮੰਤਰੀ ਨਾਲ ਮੁਲਾਕਾਤ ਹੋਈ, ਮੁੱਖ ਮੰਤਰੀ ਭਗਵੰਤ ਮਾਨ ਨੇ तमाम ਮੰਗਾਂ ਜਿਹੜਾ ਹੈ ਮੰਨਣ ਦੀ ਵੀ ਪ੍ਰਵਾਨਗੀ ਦਿੱਤੀ, ਕੁਝ ਸਮਾਂ 1 ਮਹੀਨੇ ਦਾ ਮੰਗਿਆ। ਇਹ ਵੀ ਅਪੀਲ ਕੀਤੀ ਗਈ ਕਿ ਧਰਨਾ ਚੁੱਕ ਦਿੱਤਾ ਜਾਏ, ਫੈਕਟਰੀ ਬੰਦ कराई जाएगी, मंगा मान लिया जाएंगे, लेकिन किसान इस ਵੇਲੇ अड़े रहे कि वो 1 महीना इत्थे बैठे रहणगे जब तक कि रिपोर्ट नहीं आ जाती। शांतमई ढंग ਦੇ ਨਾਲ ਪ੍ਰਦਰਸ਼ਨ ਉਹਨਾਂ ਦਾ ਜਾਰੀ ਰਹੇਗਾ, ਧਰਨਾ ਜਾਰੀ ਰਹੇਗਾ ਜਿਸ ਨਾਲ ਹੁਣ ਤੱਕ ਚੱਲਦਾ ਆਇਆ ਪਿਛਲੇ 4 ਮਹੀਨਿਆਂ ਤੋਂ। ਲੇਕਿਨ ਇਸ ਵਿਚਕਾਰ ਜਦੋਂ ਅਗਲੇ ਦਿਨ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ, ਕਈਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਔਰ ਟਕਰਾਅ ਵਾਲੀ ਸਥਿਤੀ ਉਦੋਂ ਬਣਦੀ ਨਜ਼ਰ ਆਈ, ਜਿਸ ਤੋਂ ਬਾਅਦ ਰੋਸ ਵੱਧਦਾ ਗਿਆ ਤੇ ਫਿਰ ਕਿਸਾਨ ਮੋਰਚੇ ਨੇ ਵੀ ਹਿਮਾਇਤ ਦੇਣ ਦਾ ਫੈਸਲਾ ਕੀਤਾ, ਭਾਵੇਂ ਉਹ ਗੈਰ ਸਿਆਸੀ ਧੜਾ ਜਾਂ ਸਿਆਸੀ ਧੜਾ, ਹੋਰ ਜਥੇਬੰਦੀਆਂ ਵੀ ਇਸ ਵੇਲੇ ਇਹਨਾਂ ਦੇ ਨਾਲ ਆਣ ਖੜੀਆਂ ਹੋਈਆਂ ਨੇ ਔਰ ਅੱਜ ਇਹ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਟਕਰਾਅ ਵਾਲਾ, ਤਣਾਅ ਵਾਲਾ ਬਣਦਾ ਹੋਇਆ ਨਜ਼ਰ ਆ ਰਿਹਾ, ਜਿਸ ਨਾਲ ਤਸਵੀਰਾਂ ਤੁਸੀਂ ਜ਼ੀਰਾ ਦੀਆਂ ਵੇਖ ਰਹੇ ਹੋ। ਹਾਲਾਂਕਿ ਮਾਮਲਾ ਕੋਰਟ ਵਿੱਚ ਹੈ, ਕੋਰਟ ਨੇ ਸਾਫ਼ ਤੌਰ ਤੇ ਪਿਛਲੀ ਸੁਣਵਾਈ ਵਿੱਚ ਸਰਕਾਰ ਨੂੰ ਝਾੜ ਵੀ ਬੇਹੱਦ ਪਾਈ, ਜੁਰਮਾਨਾ ਵੀ ਲਗਾਇਆ, ਧਰਨਾ ਚੁਕਾਉਣ ਦੀ ਜਿਹੜੀ ਹੈ ਗੱਲ ਕਹੀ, ਲੇਕਿਨ ਇਸ ਸਭ ਵਿਚਕਾਰ ਹਾਲਾਤ ਇਹ ਨੇ ਕਿ ਅੱਜ ਇੱਥੇ ਪੂਰੀ ਤਰ੍ਹਾਂ ਦੇ ਨਾਲ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ।